ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਕਹਾਣੀ ਬੇਵਸ ਔਰਤ। ਦੇਸ਼ ਆਜ਼ਾਦ ਹੋਏ ਭਾਵੇਂ ਹੀ 75 ਵਰ੍ਹੇ ਹੋ ਗਏ, ਪਰ ਕਿਤੇ ਨਾ ਕਿਤੇ ਅੱਜ ਵੀ ਕੁਝ ਧੀਆਂ ਭੈਣਾਂ ਤੇ ਮੇਰੇ ਕੁਝ ਭਰਾ ਕਿਸੇ ਨਾ ਕਿਸੇ ਤਰ੍ਹਾਂ ਦੀ ਆਜ਼ਾਦੀ ਨੂੰ ਤਰਸ ਰਹੇ ਹਨ। ਮਤਲਬ ਕੋਈ ਕਿਵੇਂ ਅਤੇ ਕੋਈ ਕਿਵੇਂ ਕਿਸੇ ਨਾ ਕਿਸੇ ਦੇ ਜਾਲ 'ਚ ਫਸਿਆ ਹੋਇਆ ਹੈ, ਜਾਂ ਕਹਿ ਲਵੋ ਫਸਾਇਆ ਹੋਇਆ ਹੈ। ਇੱਕ ਦਿਨ ਜਦੋਂ ਸੋਨੀ ਸਕੂਲ ਤੋਂ ਘਰ ਵਾਪਸ ਆਈ ਤਾਂ ਦੇਖਿਆ ਕਿ ਜ਼ਮੀਨ ਤੇ ਉਸਦੀ ਮਾਂ ਪਈ ਹੈ ਤੇ ਆਲੇ ਦੁਆਲੇ ਕੁਝ ਲੋਕ ਸਿਰ ਸੁੱਟੀ ਬੈਠੇ ਹਨ। ਨੇੜੇ ਜਾ ਕੇ ਪਤਾ ਲੱਗਾ ਕਿ ਉਸਦੀ ਮਾਂ ਦੁਨੀਆ ਤੋਂ ਕੂਚ ਕਰ ਗਈ ਸੀ। ਉਹਨਾਂ ਸਮਿਆਂ ਵਿੱਚ ਇਹੋ ਜਿਹੀਆਂ ਭਿਆਨਕ ਬਿਮਾਰੀਆਂ ਦਾ ਕੋਈ ਇਲਾਜ ਵੀ ਨਹੀਂ ਸੀ, ਜਿਸ ਕਰਕੇ ਇਹ ਕੈਂਸਰ ਵਰਗਾ ਭਿਆਨਕ ਰੋਗ ਤਾਂ ਕਿਸੇ ਨੂੰ ਵੀ ਛੱਡਦਾ ਨਹੀਂ ਸੀ। ਉਸ ਨੂੰ ਇਹ ਸਭ ਦੇਖ ਕੇ ਅਚਾਨਕ ਸਦਮਾ ਲੱਗ ਗਿਆ। ਸਦਮਾ ਇੰਨਾ ਜ਼ਿਆਦਾ ਭੈੜਾ ਸੀ ਕਿ ਉਹ 2 ਦਿਨ ਤੱਕ ਸੁੰਨ ਹੋ ਗਈ। ਉਹਦੀ ਅੱਖ ਵਿੱਚ ਇੱਕ ਵੀ ਹੰਝੂ ਨਾ ਆਇਆ। ਸਭ ਨੇ ਉਸ ਨੂੰ ਰਵਾਉਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਸਭ ਫੇਲ ਹੋ ਗਏ। ਉਸ ਨੂੰ ਦੁਨੀਆ ਦੀ ਕੋਈ ਹੋਸ਼ ਨਹੀਂ ਸੀ। ਸਿਰਫ 10 ਕੁ ਸਾਲ ਦੀ ਉਮਰ ਵਿੱਚ ਹੀ ਸ਼ਿੰਦਰ ਨੇ ਇਹ ਦੁੱਖ ਆਪਣੇ ਦਿਲ ਅਤੇ ਦਿਮਾਗ ਤੇ ਪਾ ਲਿਆ। ਘਰ ਵਿੱਚ 3 ਨਿਆਣੀਆਂ ਧੀਆਂ ਤੇ ਉਹਨਾਂ ਦਾ ਬੇਵਸ ਬਾਪ ਹੀ ਬਸ ਪਿੱਛੇ ਰਹਿ ਗਏ ਸੀ। ਸੋਨੀ ਦੀ ਭੂਆ ਨੂੰ ਘਰ 'ਚ 3 ਧੀਆਂ ਦੀ ਫਿਕਰ ਸਤਾਉਣ ਲੱਗੀ ਤੇ ਉਸਨੇ ਆਪਣੇ ਭਰਾ ਨੂੰ ਸਭ ਕੁਝ ਭੁੱਲ ਕੇ ਦੁਬਾਰਾ ਵਿਆਹ ਕਰਵਾਉਣ ਦੀ ਸਲਾਹ ਦਿੱਤੀ, ਪਰ ਕੈਲਾ ਵਿਆਹ ਲਈ ਨਾ ਮੰਨਿਆ। ਸ਼ਹਿਰ ਵਿੱਚ ਰਹਿਣ ਕਰਕੇ ਅਤੇ ਘਰ 'ਚ ਕੋਈ ਹੋਰ ਸਿਆਣਾ ਨਾ ਹੋਰ ਕਰਕੇ ਕੈਲੇ ਨੂੰ ਮੁਸ਼ਕਲਾਂ ਬਹੁਤ ਆਈਆਂ, ਪਰ ਉਸਨੇ ਹਿੰਮਤ ਨਾ ਹਾਰੀ। ਤੜਕੇ ਸਾਜਰੇ ਹੀ 3 ਧੀਆਂ ਨੂੰ ਸਕੂਲ ਲਈ ਤਿਆਰ ਕਰਕੇ ਕੰਮ ਤੇ ਜਾਣਾ ਤੇ ਫਿਰ ਸ਼ਾਮ ਨੂੰ ਆ ਕੇ ਰੋਟੀ ਸਬਜ਼ੀ ਬਣਾਉਣੀ। ਸਰਕਾਰੀ ਨੌਕਰੀ ਹੋਣ ਕਰਕੇ ਕੈਲੇ ਨੂੰ ਪੈਸੇ ਦੀ ਦਿੱਕਤ ਤਾਂ ਘੱਟ ਹੀ ਸੀ, ਪਰ ਪਤਾ ਨਹੀਂ ਕਿਉਂ ਫਿਰ ਵੀ ਹੁਣ ਉਹ ਥੋੜਾ ਫਿਕਰਾਂ 'ਚ ਹੀ ਰਹਿੰਦਾ ਸੀ। ਹੁਣ ਹੌਲੀ-ਹੌਲੀ ਸ਼ਿੰਦਰ ਦੀ ਦਿਮਾਗੀ ਹਾਲਤ ਵੀ ਕੁਝ ਖਰਾਬ ਹੋਣ ਲੱਗੀ ਸੀ। ਮਾਂ ਦੇ ਅਚਾਨਕ ਚਲੇ ਜਾਣ ਤੇ ਦੁੱਖ ਨੇ ਉਸ ਨੂੰ ਬਹੁਤ ਕਮਜ਼ੋਰ ਬਣਾ ਦਿੱਤਾ ਸੀ। ਉਸ ਨੂੰ ਦੁਨੀਆਦਾਰੀ ਦਾ ਤਾਂ ਪਤਾ ਹੀ ਨਹੀਂ ਸੀ, ਪਰ ਕਦੇ-ਕਦੇ ਉਹ ਦਿਮਾਗੀ ਤੌਰ ਤੇ ਬਿਮਾਰ ਹੋ ਜਾਂਦੀ। ਕੈਲੇ ਨੇ ਉਸ ਦਾ ਡਾਕਟਰ ਤੋਂ ਇਲਾਜ ਵੀ ਸ਼ੁਰੂ ਕਰਵਾਇਆ, ਪਰ ਜਿੰਨਾ ਚਿਰ ਉਹ ਦਵਾਈਆਂ ਖਾਂਦੀ ਸਿਰਫ ਉਦੋਂ ਤੱਕ ਹੀ ਠੀਕ ਰਹਿੰਦੀ। ਕੈਲੇ ਤੇ ਹੁਣ ਜ਼ਿੰਮੇਵਾਰੀਆਂ ਦਾ ਕੁਝ ਜ਼ਿਆਦਾ ਹੀ ਬੋਝ ਆਣ ਪਿਆ ਸੀ। ਕੈਲੇ ਦੀ ਭੈਣ ਤੋਂ ਉਸਦੀ ਇਹ ਹਾਲਤ ਦੇਖੀ ਨਾ ਜਾਗ ਗਈ ਅਤੇ ਉਸਨੇ ਇੱਕ ਵਾਰ ਫਿਰ ਤੋਂ ਆਪਣੇ ਭਰਾ ਨੂੰ ਵਿਆਹ ਦੀ ਸਲਾਹ ਦਿੱਤੀ। ਘਰ 'ਚ 3 ਧੀਆਂ ਦਾ ਸੁੰਨੇ ਇਲਾਕੇ 'ਚ ਰਹਿਣਾ ਕੈਲੇ ਨੂੰ ਵੀ ਹੁਣ ਕੁਝ ਠੀਕ ਨਾ ਲੱਗਾ। ਨਾਲੇ ਰੋਜ਼-ਰੋਜ਼ ਆਂਢੀ ਗਵਾਂਢੀ ਵੀ ਕਿੰਨੀ ਕੁ ਨਿਗਾਹ ਰੱਖਦੇ ਕਿਸੇ ਦੀਆਂ ਧੀਆਂ ਭੈਣਾਂ ਦੀ। ਇਸ ਕਰਕੇ ਕੈਲੇ ਨੇ ਨਾ ਚਾਹੁੰਦੇ ਹੋਏ ਵੀ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ। ਪੂਰੇ 2 ਸਾਲ ਦੀ ਨਾਂਹ ਨੁੱਕਰ ਤੋਂ ਬਾਅਦ ਕੈਲੇ ਦਾ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਉਸ ਨੂੰ ਇੰਨੀ ਕੁ ਤਾਂ ਫਿਕਰ ਘਟ ਗਈ ਕਿ ਮੇਰੀਆਂ ਧੀਆਂ ਘਰ 'ਚ ਇਕੱਲੀਆਂ ਹੋਣਗੀਆਂ ਜਾਂ ਭੁੱਖੀਆਂ ਹੋਣਗੀਆਂ। ਸਮਾਂ ਬੀਤਦਾ ਗਿਆ। 5 ਸਾਲ ਬਾਅਦ ਕੈਲੇ ਦੇ ਘਰ ਇੱਕ ਧੀ ਨੇ ਜਨਮ ਲਿਆ। ਕੈਲਾ ਪਹਿਲਾਂ ਤਾਂ ਥੋੜਾ ਧੀ ਹੋਣ ਕਰਕੇ ਦੁਖੀ ਹੋਇਆ ਅਤੇ ਫਿਰ ਬਾਅਦ ਵਿੱਚ ਖੁਦ ਹੀ ਕਹਿਣ ਲੱਗਾ ਕਿ ਚਲੋ ਕੋਈ ਨਾ, ਧੀ ਵੀ ਆਪੋ ਆਪਣੇ ਕਰਮ ਖਾਂਦੀਆਂ ਹਨ। ਅਤੇ ਉਸ ਤੋਂ 2 ਸਾਲ ਬਾਅਦ ਹੀ ਫਿਰ ਤੋਂ ਕੈਲੇ ਦੇ ਘਰ 2 ਪੁੱਤਰਾਂ ਨੇ ਜਨਮ ਲਿਆ। ਕੈਲੇ ਨੂੰ ਪੁੱਤਰਾਂ ਦੇ ਜੰਮਣ ਤੇ ਬੜੀ ਖੁਸ਼ੀ ਹੋਈ। ਉਸਨੇ ਆਪਣੀ ਪਤਨੀ ਨੂੰ ਕਿਹਾ ਕਿ ਚਲੋ ਮੇਰੀਆਂ ਧੀਆਂ ਨੂੰ ਉਹਨਾਂ ਦੇ ਭਰਾ ਮਿਲ ਗਏ ਤੇ ਹੁਣ ਸਾਡੇ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਵੀ ਮੇਰੀਆਂ ਧੀਆਂ ਵਾਸਤੇ ਸਦਾ ਲਈ ਪੇਕਿਆਂ ਦੇ ਦਰਵਾਜ਼ੇ ਖੁੱਲ੍ਹੇ ਰਹਿਣਗੇ। ਨਸੀਬੋ ਘਰ ਦਾ ਸਾਰਾ ਕੰਮ ਆਪ ਹੀ ਕਰਦੀ। ਉਸਨੇ ਕਦੇ ਵੀ ਆਪਣੀ ਜੰਮੀ ਧੀ ਅਤੇ ਕੈਲੇ ਦੀਆਂ ਧੀਆਂ 'ਚ ਫਰਕ ਨਾ ਕੀਤਾ। ਨਸੀਬੋ ਸੁਭਾਅ ਦੀ ਬਹੁਤ ਚੰਗੀ ਸੀ, ਜਿਸ ਕਰਕੇ ਉਸਨੇ ਵੀ ਕੈਲੇ ਦੀਆਂ 3 ਧੀਆਂ ਦੇ ਤੋਂ ਘਰ ਦਾ ਕੰਮ ਕਦੇ ਵੀ ਨਾ ਕਰਵਾਇਆ। ਸ਼ਾਇਦ ਤਾਂ ਕਰਕੇ ਹੀ ਉਹ 3 ਧੀਆਂ ਦੇ ਘਰ ਦੇ ਸਾਰੇ ਕੰਮਕਾਰਾਂ ਤੋਂ ਅਣਜਾਣ ਹੀ ਰਹਿ ਗਈਆਂ। ਉਹਨਾਂ ਨੂੰ ਕੋਈ ਜ਼ਿਆਦਾ ਦਾਲ ਸਬਜ਼ੀ ਜਾਂ ਘਰ ਦਾ ਕੋਈ ਹੋਰ ਕੰਮਕਾਰ ਨਹੀਂ ਆਉਂਦਾ ਸੀ। ਇੱਕ ਦਿਨ ਕੈਲੇ ਦੀ ਪਤਨੀ ਨਸੀਬੋ ਨੇ ਕਿਹਾ ਕਿ ਹੁਣ ਧੀਆਂ ਵੱਡੀਆਂ ਹੋ ਗਈਆਂ, ਇਹਨਾਂ ਨੂੰ ਇੱਕ-ਇੱਕ ਕਰਕੇ ਵਿਆਹੁਣ ਦਾ ਸਮਾਂ ਆ ਗਿਆ। ਬਥੇਰਾ ਪੜ੍ਹ ਲਈਆਂ, ਹੁਣ ਸਮੇਂ ਨਾਲ ਹੀ ਵਿਆਹ ਦੇਣੀਆਂ ਚਾਹੀਦੀਆਂ। ਅੱਗੇ ਸਮਾਂ ਵੀ ਬੜਾ ਮਾੜਾ, ਨਾਲੇ ਸ਼ਿੰਦਰ ਵੀ ਠੀਕ ਨਹੀਂ ਰਹਿੰਦੀ। ਪਤਾ ਨਹੀਂ ਇਸ ਨੂੰ ਕੋਈ ਲਵੇਗਾ ਵੀ ਜਾਂ ਨਹੀਂ। ਕੈਲੇ ਨੂੰ ਨਸੀਬੋ ਦੀ ਸ਼ਿੰਦਰ ਬਾਰੇ ਕੀਤੀ ਇਹ ਗੱਲ ਬਿਲਕੁਲ ਵੀ ਚੰਗੀ ਨਾ ਲੱਗੀ, ਪਰ ਉਹ ਕੁਝ ਨਾ ਬੋਲਿਆ। ਉਸਨੇ ਸੋਚਿਆ ਕਿ ਸ਼ਾਇਦ ਨਸੀਬੋ ਠੀਕ ਹੀ ਕਹਿ ਰਹੀ ਆ, ਨਾਲੇ ਇਸਨੇ ਕਿਹੜਾ ਮੇਰੀਆਂ ਧੀਆਂ ਨਾਲ ਕੋਈ ਫਰਕ ਰੱਖਿਆ। ਕੈਲੇ ਨੇ ਆਪਣੀਆਂ 2 ਧੀਆਂ ਵੱਡੀਆਂ ਧੀਆਂ ਦਾ ਵਿਆਹ ਦਿੱਤੀਆਂ, ਪਰ ਤੀਜੀ ਧੀ ਸ਼ਿੰਦਰ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਹਰ ਕੋਈ ਰਿਸ਼ਤੇ ਨੂੰ ਨਾ ਕਰ ਦਿੰਦਾ ਸੀ। ਕੈਲੇ ਨੇ ਬਹੁਤ ਜਗ੍ਹਾ ਰਿਸ਼ਤੇ ਦੇਖੇ। ਧੀ ਨੂੰ ਦਾਜ 'ਚ ਜ਼ਿਆਦਾ ਸਮਾਨ ਦੇਣ ਦੀ ਵੀ ਗੱਲ ਆਖੀ, ਪਰ ਸਭ ਤੋਂ ਨਾ ਹੀ ਹੁੰਦੀ। ਕਰੀਬ 2 ਸਾਲ ਬਾਅਦ ਕੈਲੇ ਦੇ ਘਰ ਕੋਈ ਜਾਣ ਪਹਿਚਾਣ ਵਾਲਾ ਰਿਸ਼ਤਾ ਲੈ ਕੇ ਆ ਗਿਆ ਅਤੇ ਇਸ ਵਾਰ ਕੈਲੇ ਨੇ ਖੁਦ ਹੀ ਰਿਸ਼ਤੇ ਨੂੰ ਨਾ ਕਰ ਦਿੱਤੀ, ਕਿਉਂਕਿ ਉਸ ਨੂੰ ਲੱਗਦਾ ਸੀ ਕਿ ਉਂਝ ਵੀ ਮੇਰੀ ਧੀ ਦੀ ਬਾਅਦ 'ਚ ਜਦੋਂ ਮੁੰਡਿਆਂ ਵਾਲਿਆਂ ਨੇ ਨਾ ਕੀਤੀ ਤਾਂ ਬੇਇੱਜ਼ਤੀ ਹੋਣੀ ਆ, ਇਸ ਲਈ ਉਸਨੇ ਪਹਿਲਾਂ ਹੀ ਨਾ ਕਰ ਦਿੱਤੀ।
पर उस भले आदमी ने कहा कि नहीं जी, ये बहुत चंगा खानदान आ, इन्हां दे मुंडे दी किस्मत ही बस हल्की आ, किसे भी रिश्ता पूर नहीं चढ़दा, नाले मुंडे 'च कोई कमी भी नहीं आ, तुसीं एक वार मिल के जरूर देखो। कैला उस आदमी दे दबाव पाउण करके एक वार मुंडे वालियां नूं मिलण लई मन गया। एक हफ्ते बाद कैले दे घर मुंडे वाले आए। कैले अते नसीबो ने उन्हां दी बड़ी आओ भगत कीती। चाह पानी पीण तों बाद जदों मुंडा कुड़ी बारे गल शुरू होई तां कैले ने अपनी धी बारे सारा कुछ सच्चो सच मुंडे अते उसदे परिवार नूं दस दिता। ते शिंदर कदे कदाई मां दे दुख 'च दिमागी तौर ते बीमार हो जांदी आ। जेकर उन्हां नूं इह रिश्ता दिलों मंजूर आ तां ही ओह हां करन, नहीं तां बाद विच उसदी धी 'च कोई नुक्श कढ के परेशान ना कीता जावे। इन्ना सुणदे ही मुंडे दी मां कुर्सी तो उठ खड़ी हुई ते कहण लगी, भाई जी सानू ये रिश्ता मंजूर आ। जिथे एक धी दा बाप अपनी धी नूं अजिही हालत विच विआउण वास्ते अनेकां झूठ बोलदा, उत्थे ही तुसीं सच बोल के साडा दिल जित लिया। कैले नूं पहिलां तां इह सुणदे यकीन ना होया अते जदों नसीबो ने लड्डूआं दा डब्बा चुक सारिआं अगे मूँह मिठा करवाया तां कैले दे अखां चों पानी परल परल बहण लग्या। कैले ने कुर्सी चों उठ के अपनी कुड़मणी अगे हथ जोड़ के बेनती की कि यह बिन मां दी धी आ, अज तो बाद तुसीं ही इसदी मां ते प्यो हो। इन्ने कहंदे ही कैला फिर तो अपणियां अखां नाल गच भर आईआं। कैले दी कुड़मणी ने भी कैले नूं हौसला दिंदे होए कहा कि भाई साहब तुसीं रत्ती भर भी फिकर ना करो, अज तो ये मेरी धी आ ते मैं ही इसनूं अपणियां धीआं वांग ही रखांगी। एक महीने बाद कैले ने अपनी धी शिंदर दा विआह कर दिता ते जिन्ना हो सकिया कैले ने वध तो वध अपनी धी दे विआह विच दान पुन्न कीता। समां बीतदा गया। शिंदर दा विआह पिंड विच ही अते सांझे परिवार विच होण करके उस नूं कुछ परेशानियां आउणियां शुरू हो गईआं। उस दीआं बाकी दराणियां जठाणियां बड़ियां चुस्त ते चलाक किस्म दीआं औरतां सी। ਉਹ अपनी सੱਸ ਨੂੰ ਜਦੋਂ भी शिंदर ਦਾ ਜ਼ਿਆਦਾ ਖਿਆਲ ਤੇ ਪਿਆਰ ਕਰਦੀਆਂ ਦੇਖਦੀਆਂ ਤਾਂ ਹਮੇਸ਼ਾ ਉਹ शिंदर ਤੋਂ ਖਾਰ ਖਾਂਦੀਆਂ। ਹੌਲੀ ਹੌਲੀ ਉਹ शिंदर ਨਾਲ ਸ਼ਰੀਕਾ ਕਰਨ ਲੱਗੀਆਂ ਅਤੇ ਆਪਣੇ ਬਰਾਬਰ ਉਸ ਨੂੰ ਮੱਝਾਂ ਦਾ ਗੋਹਾ ਕੂੜਾ ਕਰਨ ਨੂੰ ਕਹਿੰਦੀਆਂ। ਪਰ शिंदर ਸ਼ਹਿਰ ਦੀ ਹੋਣ ਕਰਕੇ ਪਿੰਡ ਦਾ ਕੋਈ ਵੀ ਕੰਮ ਕਰ ਨਹੀਂ ਜਾਣਦੀ ਸੀ, ਜਿਸ ਕਰਕੇ ਹੁਣ ਉਸ ਦਾ ਨਿੱਤ ਦਾ ਕਲੇਸ਼ ਰਹਿਣ ਲੱਗਾ। शिंदर ਦੀ ਵੱਡੀ ਜਠਾਣੀ ਹਮੇਸ਼ਾ ਆਪਣੇ ਪਤੀ ਦੇ ਕੰਨ ਭਰਦੀ ਰਹਿੰਦੀ, ਇੱਥੋਂ ਤੱਕ ਕਿ ਉਹ शिंदर ਦੇ ਪਤੀ ਦੇ ਵੀ ਕੰਨ ਭਰਨ ਲੱਗੀ। ਇੱਕ ਦਿਨ शिंदर ਦੇ ਪਤੀ ਅਤੇ ਉਸਦੇ ਜੇਠ ਨੇ ਘਰ ਦੇ ਕੰਮਾਂ ਦੀਆਂ ਬਾਰੀਆਂ ਬੰਨ੍ਹ ਦਿੱਤੀਆਂ। शिंदर ਦੇ ਹਿੱਸੇ ਹਮੇਸ਼ਾ ਔਖਾ ਕੰਮ ਹੀ ਆਉਂਦਾ। ਉਹ ਸਾਰਾ ਦਿਨ ਦੁਪਹਿਰ ਤੋਂ ਲੈ ਕੇ ਬੱਠਲ ਚੁੱਕ ਪਿੰਡ ਦੇ ਪਰਲੇ ਪਾਰ ਜਾ ਕੇ ਸੂਏ ਤੇ ਸਾਰੇ ਟੱਬਰ ਦੇ ਕੱਪੜੇ ਧੋ ਕੇ ਲੈ ਕੇ ਆਉਂਦੀ ਤੇ ਫਿਰ ਘਰ ਆ ਕੇ ਸ਼ਾਮ ਨੂੰ ਨਲਕਾ ਗੇੜ ਕੇ ਸਾਰੇ ਜੂਠੇ ਭਾਂਡੇ ਮਾਂਜਦੀ। ਹੁਣ शिंदर ਨੂੰ ਮੱਝਾਂ ਦਾ ਗੋਹਾ ਕੂੜਾ ਕਰਨਾ ਬਹੁਤ ਔਖਾ ਲੱਗ ਰਿਹਾ ਸੀ। ਉਸ ਦੇ ਸਿਰ ਤੇ ਧੱਕੇ ਨਾਲ ਗੋਹੇ ਦੇ ਭਰ ਕੇ ਬੱਠਲ ਰੱਖੇ ਜਾਂਦੇ, ਜਿਹੜੇ ਕਿ ਪਿੰਡ ਤੋਂ ਬਾਹਰ ਲਿਜਾ ਕੇ ਪਥਵਾੜੇ ਜਾਣੀ ਕਿ ਬਾਹਰ ਕਿਸੇ ਖਾਲੀ ਥਾਂ ਤੇ ਸੁੱਟ ਕੇ ਪਾਥੀਆਂ ਪੱਥਣ ਵਾਲੀ ਥਾਂ ਤੇ ਸੁੱਟਣੇ ਹੁੰਦੇ ਸੀ, ਜਿਸ ਕਾਰਨ ਉਸ ਨੂੰ ਗਰਭ ਦੇ ਅੰਦਰ 2 ਮਹੀਨੇ ਦਾ ਬੱਚਾ ਵੀ ਗਵਾਉਣਾ ਪੈ ਗਿਆ। ਇਹ ਸਭ ਤੋਂ ਦੁਖੀ ਹੋ ਕੇ शिंदर ਦੀ ਸੱਸ ਨੇ शिंदर ਦਾ ਪੱਖ ਲੈਂਦੇ ਹੋਏ ਕਿਹਾ ਕਿ ਅੱਜ ਤੋਂ ਉਹ शिंदर ਦੀ ਥਾਂ ਕੰਮ ਕਰੇਗੀ ਤੇ ਉਸ ਨੂੰ ਕੋਈ ਵੀ ਤਕਲੀਫ ਨਹੀਂ ਹੋਣ ਦੇਵੇਗੀ। शिंदर ਦੀ ਸੱਸ ਨਾਲ ਹਮੇਸ਼ਾ शिंदर ਕਰਕੇ ਕਲੇਸ਼ ਰਹਿਣ ਲੱਗਾ। ਹੁਣ ਜੱਸਾ ਉਸ ਦਾ ਪਤੀ ਵੀ शिंदर ਨੂੰ ਆਪਣੇ ਭਰਾ ਭਰਜਾਈਆਂ ਦੀ ਚੱਕ ਚਾ ਕੇ ਬਹੁਤ ਮਾਰਦਾ ਕੁੱਟਦਾ, ਜਿਸ ਕਾਰਨ शिंदर ਦੀ ਦਿਮਾਗੀ ਹਾਲਤ ਹੋਰ ਜ਼ਿਆਦਾ ਖਰਾਬ ਰਹਿਣ ਲੱਗੀ। ਹੁਣ शिंदर ਦੀ ਸੱਸ ਚੋਰੀ ਛਿਪੇ शिंदर ਦਾ ਡਾਕਟਰ ਤੋਂ ਇਲਾਜ ਕਰਵਾਉਣ ਲੱਗੀ। शिंदर ਕਦੇ ਤਾਂ ਇੰਨੀ ਜ਼ਿਆਦਾ ਬਿਮਾਰ ਹੋ ਜਾਂਦੀ ਕਿ ਸੀਤੋ ਨੂੰ ਉਹ ਮੰਜੇ ਦੇ ਪਾਵੇ ਨਾ ਬੰਨ੍ਹ ਕੇ ਰੱਖਣੀ ਪੈਂਦੀ। ਜਿੱਥੇ ਕਿ ਆਉਂਦਾ ਜਾਂਦਾ ਉਸ ਦਾ ਪਤੀ ਜੱਸਾ ਵੀ ਉਸ ਦੇ ਮੂੰਹ ਤੇ ਕਸਾਈਆਂ ਦੀ ਤਰ੍ਹਾਂ ਥੱਪੜ ਮਾਰ ਕੇ ਅੱਗੇ ਲੰਘ ਜਾਂਦਾ। ਤਕਰੀਬਨ 6 ਮਹੀਨੇ ਲਗਾਤਾਰ शिंदर ਦੀ ਦਵਾਈ ਚੱਲਣ ਕਰਕੇ ਉਸ ਦੀ ਹਾਲਤ ਵਿੱਚ ਥੋੜ੍ਹਾ ਬਹੁਤ ਸੁਧਾਰ ਆਇਆ, ਪਰ ਉਸ ਨੂੰ ਲਗਾਤਾਰ ਆਪਣੇ ਨਾਲ ਹੋ ਰਹੇ ਧੱਕੇ ਬਾਰੇ ਹਾਲੇ ਵੀ ਕੁਝ ਪਤਾ ਨਹੀਂ ਸੀ। ਉਸ ਨੇ ਬਸ ਦਰਾਣੀਆਂ ਜਠਾਣੀਆਂ ਦੀ ਗੁਲਾਮੀ ਨੂੰ ਹੀ ਆਪਣੀ ਜ਼ਿੰਦਗੀ ਸਮਝ ਲਿਆ ਸੀ। ਇੱਕ ਦਿਨ ਜਦੋਂ शिंदर ਦੇ ਮਾਂ-ਬਾਪ ਉਸ ਨੂੰ ਮਿਲਣ ਆਏ ਤਾਂ ਉਹਨਾਂ ਨੇ ਦੇਖਿਆ ਕਿ शिंदर ਅਤੇ ਉਸ ਦੀ ਸੱਸ ਦੋਵੇਂ ਹੀ ਮੱਝਾਂ ਦਾ ਗੋਹਾ ਕੂੜਾ ਸੁੱਟ ਰਹੀਆਂ ਸੀ। ਇਹ ਦੇਖ ਕੇ शिंदर ਦੇ ਬਾਪ ਨੇ ਹੱਥ 'ਚੋਂ ਕੈਲਿਆਂ ਵਾਲਾ ਲਿਫਾਫਾ ਅਤੇ ਕੁਝ ਮਠਿਆਈਆਂ ਥੱਲੇ ਜ਼ਮੀਨ 'ਤੇ ਡਿੱਗ ਗਈਆਂ ਅਤੇ ਉਸ ਦੀਆਂ ਅੱਖਾਂ ਬਹਿ ਤੁਰੀਆਂ। ਉਸ ਨੇ ਭੱਜ ਕੇ ਆਪਣੀ ਧੀ ਨੂੰ ਗਲ ਨਾਲ ਲਾਇਆ ਤੇ ਉੱਚੀ ਉੱਚੀ ਰੋਣ ਲੱਗਾ। शिंदर ਨੇ ਆਪਣੇ ਬਾਪ ਦੀਆਂ ਅੱਖਾਂ ਸਾਫ਼ ਕੀਤੀਆਂ ਤੇ ਕਹਿਣ ਲੱਗੀ, ਪਾਪਾ ਤੁਸੀਂ ਰੋਂਦੇ ਕਿਉਂ ਆ? ਮੈਂ ਤਾਂ ਸਹੀ ਸਲਾਮਤ ਹਾਂ, ਫਿਰ ਤੁਸੀਂ ਰੋ ਕਿਉਂ ਰਹੇ ਹੋ? कैले ने अगों कहा कि मेरी भोलीए धीए, जे अज तेरी मां जिउंदी हुंदी तां शायद तेरी इन्नी माड़ी हालत कदे ना हुंदी।
ਸੀਤੋ ਕਹਿੰਦੀ, ਮਾफ़ ਕਰਨਾ ਭਾਈ ਸਾਹਿਬ, ਮੈਂ ਤੁਹਾਡੇ ਨਾਲ ਕੀਤਾ ਵਾਅਦਾ ਨਿਭਾ ਨਾ ਸਕੀ। ਮੈਂ ਪਾਪੜ ਨੇ ਇਸ ਨੂੰ ਇਸ ਨਰਕ 'ਚ ਧੱਕ ਦਿੱਤਾ। ਮੇਰੀ ਵੀ ਜ਼ਿਆਦਾ ਚੱਲਦੀ ਨਹੀਂ ਘਰ 'ਚ। ਘਰ ਜਿੰਨੇ ਜੋਗੀ ਆ ਕਰੀ ਜਾਨੀ ਆ। ਕੈਲਾ ਸੀਤੋ ਦੀ ਗੱਲ ਸੁਣ ਕੇ ਕੁਝ ਨਾ ਬੋਲਿਆ ਤੇ ਆਪਣੀ ਧੀ ਨੂੰ ਕਹਿਣ ਲੱਗਾ ਕਿ ਨਹਾ ਧੋ ਕੇ ਤਿਆਰ ਹੋ ਜਾਵੇ। ਉਹ ਬਿਲਕੁਲ ਵੀ ਆਪਣੀ ਧੀ ਨੂੰ ਇੱਥੇ ਛੱਡ ਨਹੀਂ ਸਕਦਾ। ਇੰਨੇ ਨੂੰ ਨਸੀਬੋ ਬੋਲੀ ਕਿ ਨਹੀਂ ਸਰਦਾਰ ਜੀ, ਆਪਾਂ ਗਰਮੋ ਗਰਮੀ 'ਚ ਕੋਈ ਫੈਸਲਾ ਨਹੀਂ ਲੈ ਸਕਦੇ। ਅੱਜ ਆਪਾਂ ਜਜ਼ਬਾਤੀ ਹੋ ਕੇ ਧੀ ਨੂੰ ਆਪਣੇ ਨਾਲ ਲੈ ਜਾਵਾਂਗੇ, ਪਰ ਕਦੇ ਤਾਂ ਇਸ ਨੂੰ ਇੱਥੇ ਵਾਪਸ ਮੁੜ ਕੇ ਆਉਣਾ ਹੀ ਪਵੇਗਾ। ਸਾਨੂੰ ਇਸ ਮਾਮਲੇ ਦਾ ਹੱਲ ਲੱਭਣਾ ਪਵੇਗਾ। ਸੀਤੋ ਕਹਿੰਦੀ, ਹਾਂਜੀ ਭੈਣ ਜੀ, ਸਮੇਂ ਨਾਲ ਸਭ ਠੀਕ ਹੋ ਜਾਵੇਗਾ, ਤੁਸੀਂ ਜ਼ਿਆਦਾ ਘਬਰਾਓ ਨਾ। ਮੈਂ ਇਸ ਨੂੰ ਧੀ ਬਣਾ ਕੇ ਲੈ ਕੇ ਆਈ ਸੀ। ਇਹ ਮੇਰੀ ਧੀ ਹੀ ਆ। ਕੈਲਾ ਕਹਿੰਦਾ, ਠੀਕ ਆ ਭੈਣ ਜੀ, ਪਰ ਮੇਰੀ ਧੀ ਦੀ ਇਹ ਹਾਲਤ ਮੇਰੇ ਤੋਂ ਨਹੀਂ ਦੇਖੀ ਜਾਂਦੀ। ਤੁਸੀਂ ਜੱਸੇ ਨੂੰ ਬੁਲਾਓ, ਕਿੱਥੇ ਆ? ਮੈਂ ਉਸ ਨਾਲ ਗੱਲ ਕਰਨੀ ਆ। ਸੀਤੋ ਕਹਿੰਦੀ, ਭਾਈ ਜੀ ਉਹ ਤਾਂ ਕੰਮ ਤੇ ਆ ਤੇ ਸ਼ਾਮ ਨੂੰ ਹੀ ਵਾਪਸ ਆਵੇਗਾ। ਕੈਲਾ ਕਹਿੰਦਾ, ਠੀਕ ਆ ਭੈਣ ਜੀ, ਅਸੀਂ ਉਨਾ ਚਿਰ ਇੱਥੇ ਹੀ ਰੁਕ ਜਾਂਦੇ ਆ। ਸ਼ਾਮ ਨੂੰ ਜਦੋਂ ਜੱਸਾ ਘਰ ਆਇਆ ਤਾਂ ਉਹ ਸ਼ਰੇਆਮ ਆਪਣੇ ਵੱਲੋਂ ਕੀਤੇ ਅਤਿਆਚਾਰਾਂ ਤੋਂ ਮੁੱਕਰ ਗਿਆ। ਉਹਨਾਂ ਵਿਚਕਾਰ ਬਹੁਤ ਬਹਿਸ ਹੋਈ, ਪਰ ਹੱਲ ਕੋਈ ਨਾ ਨਿਕਲਿਆ। ਸਗੋਂ ਜੱਸੇ ਨੇ ਸਾਫ਼ ਕਹਿ ਦਿੱਤਾ ਕਿ ਜੇਕਰ ਉਹਨਾਂ ਨੂੰ ਉਹ ਸਹੀ ਨਹੀਂ ਲੱਗਦਾ ਤਾਂ ਬੇਸ਼ੱਕ ਆਪਣੀ ਧੀ ਨੂੰ ਨਾਲ ਲੈ ਜਾ ਸਕਦੇ ਆ। ਪਰ ਜੱਸੇ ਦੀ ਮਾਂ ਨੇ ਪਿੰਡ ਦੀ ਬਦਨਾਮੀ ਅਤੇ ਆਪਣੇ ਕੀਤੇ ਵਾਅਦੇ ਕਰਕੇ ਸ਼ਿੰਦਰ ਨੂੰ ਉਸਦੇ ਮਾਂ-ਬਾਪ ਨਾਲ ਜਾਣ ਤੋਂ ਰੋਕ ਦਿੱਤਾ। ਉਸਨੇ ਆਪਣੇ ਪੁੱਤ ਵੱਲੋਂ ਆਪ ਮਾਫ਼ੀ ਮੰਗੀ। ਸਮਾਂ ਬੀਤਦਾ ਗਿਆ। ਸਾਲ ਬਾਅਦ ਸ਼ਿੰਦਰ ਦੇ ਘਰ ਇੱਕ ਧੀ ਨੇ ਜਨਮ ਲਿਆ। ਸ਼ਿੰਦਰ ਇੱਕ ਵਾਰ ਫਿਰ ਤੋਂ ਦਿਮਾਗੀ ਤੌਰ ਤੇ ਬਿਮਾਰ ਹੋ ਗਈ, ਕਿਉਂਕਿ ਉਹ ਸੋਚਦੀ ਸੀ ਜੇਕਰ ਕੱਲ੍ਹ ਨੂੰ ਮੇਰੀ ਧੀ ਨਾਲ ਵੀ ਵਿਆਹ ਤੋਂ ਬਾਅਦ ਇਹ ਸਭ ਹੋਇਆ ਤਾਂ ਉਹ ਕੀ ਕਰੇਗੀ। ਅਤੇ ਅੱਜ ਵੀ ਜੱਸੇ ਅਤੇ ਉਸਦੇ ਬਾਕੀ ਪਰਿਵਾਰ ਨੇ ਮੇਰੀ ਧੀ ਨੂੰ ਜ਼ਿਆਦਾ ਪਿਆਰ ਨਹੀਂ ਦੇਣਾ। ਉਹ ਤਾਂ ਪਹਿਲਾਂ ਹੀ ਮੁੰਡਾ ਚਾਹੁੰਦੇ ਸੀ। ਹੁਣ ਸ਼ਿੰਦਰ ਦੀ ਧੀ ਵੀ ਸਾਲ ਦੀ ਹੋ ਗਈ ਸੀ। ਉਹਦੀ ਦਾਦੀ ਉਸ ਨੂੰ ਬਹੁਤ ਪਿਆਰ ਕਰਦੀ ਸੀ, ਪਰ ਜੱਸਾ ਜਾਂ ਕੋਈ ਹੋਰ ਵੀ ਉਸ ਨੂੰ ਗੋਦੀ ਚੁੱਕਣਾ ਵੀ ਪਸੰਦ ਨਹੀਂ ਕਰਦਾ ਸੀ। ਜਦੋਂ ਸ਼ਿੰਦਰ ਅਤੇ ਉਸਦੀ ਸੱਸ ਕੰਮਾਂ ਕਾਰਾਂ ਤੋਂ ਉਲਝੀਆਂ ਹੁੰਦੀਆਂ ਤਾਂ ਸ਼ਿੰਦਰ ਦੀ ਧੀ ਨੰਨੀ ਜਾਨ ਮੰਜੇ ਤੇ ਪਈ ਇੰਝ ਹੀ ਰੋ ਕੇ ਆਪੇ ਚੁੱਪ ਕਰ ਜਾਂਦੀ। ਜੇਕਰ ਸ਼ਿੰਦਰ ਕੰਮ ਛੱਡ ਕੇ ਕਦੇ ਉਸ ਨੂੰ ਚੁੱਕਦੀ ਵੀ ਤਾਂ ਉਸ ਦੀਆਂ ਦਰਾਣੀਆਂ ਜਠਾਣੀਆਂ ਤੇ ਜੇਠ ਉਸ ਨੂੰ ਪਹਿਲਾਂ ਕੰਮ ਨਿਬੇੜਨ ਨੂੰ ਕਹਿੰਦੇ ਤੇ ਕਹਿ ਦਿੰਦੇ ਕਿ ਕਿਧਰੇ ਨਹੀਂ ਮਰਦੀ ਏ, ਜੇ ਮਰ ਵੀ ਜਾਊ ਫਿਰ ਕੀ ਹੋ ਜਾਊ, ਸਗੋਂ ਇਸ ਪੱਥਰ ਦੇ ਬਦਲੇ ਕੋਈ ਪੋਤੀ ਆ ਜਾਊ। ਸ਼ਿੰਦਰ ਨਾਲ ਹਮੇਸ਼ਾ ਇੰਝ ਹੀ ਮਾੜਾ ਵਿਵਹਾਰ ਹੁੰਦਾ ਰਹਿੰਦਾ, ਇੱਥੋਂ ਤੱਕ ਕਿ ਜਦੋਂ ਉਸ ਦੀਆਂ ਦਰਾਣੀਆਂ ਜਾਂ ਜਠਾਣੀਆਂ ਉਸ ਨੂੰ ਦੂਰੋਂ ਆਉਂਦੀਆਂ ਦੇਖਦੀਆਂ ਤਾਂ ਉਸ ਨੂੰ ਦੇਖਦੇ ਹੀ ਥੁੱਕਣਾ ਸ਼ੁਰੂ ਕਰ ਦਿੰਦੀਆਂ। ਸਮਾਂ ਬੀਤਦਾ ਗਿਆ। ਸ਼ਿੰਦਰ ਦੀ ਧੀ ਕੀਰਤ ਵੀ ਹੁਣ 10 ਸਾਲਾਂ ਦੀ ਹੋ ਚੁੱਕੀ ਸੀ। ਉਸ ਨੂੰ ਬਚਪਨ ਤੋਂ ਹੀ ਅਖਬਾਰ ਵਿੱਚ ਆਉਣ ਵਾਲੀਆਂ ਬਾਲ ਕਹਾਣੀਆਂ ਪੜ੍ਹਨ ਦਾ ਬੜਾ ਸ਼ੌਂਕ ਸੀ, ਜਿਸ ਕਰਕੇ ਉਸ ਨੂੰ ਕਹਾਣੀਆਂ ਦੇ ਨਾਲ-ਨਾਲ ਅਖਬਾਰ ਪੜ੍ਹਨ ਦਾ ਵੀ ਚਸਕਾ ਪੈ ਗਿਆ। ਪਰ ਕੀਰਤ ਦੇ ਚਾਚੇ ਤਾਇਆਂ ਨੂੰ ਇਹ ਗੱਲ ਬਿਲਕੁਲ ਮਨਜ਼ੂਰ ਨਹੀਂ ਸੀ ਕਿ ਕੀਰਤ ਅਖਬਾਰ ਪੜ੍ਹੇ। ਉਹ ਹਮੇਸ਼ਾ ਉਸ ਨੂੰ ਅਖਬਾਰ ਪੜ੍ਹਨ ਤੋਂ ਰੋਕਦੇ ਰਹਿੰਦੇ, ਪਰ ਕੀਰਤ ਕਿਵੇਂ ਨਾ ਕਿਵੇਂ ਕਰਕੇ ਚੋਰੀ ਛਿਪੇ ਅਖਬਾਰ ਪੜ੍ਹ ਹੀ ਲੈਂਦੀ। ਇੱਕ ਦਿਨ ਕੀਰਤ ਆਪਣੀ ਚਾਚੀ ਦੇ ਘਰ ਟੈਲੀਵਿਜ਼ਨ ਬੈਠੀ ਵੇਖੀ ਜਾ ਰਹੀ ਸੀ। ਇੰਨੇ ਨੂੰ ਉਸਦਾ ਚਾਚਾ ਆਇਆ ਤੇ ਕਹਿਣ ਲੱਗਾ ਕਿ ਟੈਲੀਵਿਜ਼ਨ ਤੋਂ ਬਿਨਾਂ ਵੀ ਕੋਈ ਕੰਮ ਕਰ ਲਿਆ ਕਰੇ, ਅਤੇ ਬਾਲਾਂ ਤੋਂ ਘਸੀਟ ਕੇ ਉਸ ਨੂੰ ਕਮਰੇ ਤੋਂ ਬਾਹਰ ਲਿਜਾ ਕੇ ਕੁੱਟਣ ਲੱਗਾ। ਇਹ ਦੇਖ ਕੇ ਕੀਰਤ ਦੀ ਦਾਦੀ ਦੌੜਦੀ ਹੋਈ ਆਈ ਤੇ ਮਸਾਂ ਹੀ ਉਸਨੇ ਕੀਰਤ ਨੂੰ ਛੁਡਵਾਇਆ। ਕੁਝ ਦਿਨ ਬੀਤਣ ਤੋਂ ਬਾਅਦ ਜਦੋਂ ਕੀਰਤ ਇੱਕ ਦਿਨ ਸਕੂਲ ਜਾਣ ਲਈ ਤਿਆਰ ਹੋ ਰਹੀ ਸੀ ਤਾਂ ਉਹ ਆਪਣੀ ਮਾਂ ਨੂੰ ਕਹਿਣ ਲੱਗੀ ਕਿ ਮੈਂ ਵੱਡੀ ਹੋ ਕੇ ਬਿਜ਼ਨਸ ਕਰਾਂਗੀ, ਜਿਸ ਕਰਕੇ ਉਸ ਨੂੰ ਕੰਪਿਊਟਰ ਦੀ ਬਹੁਤ ਜ਼ਰੂਰਤ ਪਵੇਗੀ। ਸਮਾਂ ਆਪਣੀ ਰਫ਼ਤਾਰ ਨਾਲ ਅੱਗੇ ਵਧ ਰਿਹਾ ਸੀ। ਕੀਰਤ ਵੀ ਹੁਣ ਵੱਡੀ ਹੋਣ ਲੱਗੀ। ਅਖਬਾਰ ਰਸਾਲੇ ਪੜ੍ਹਦੇ ਉਸ ਨੂੰ ਵੀ ਹੁਣ ਲੇਖ ਕਹਾਣੀਆਂ ਲਿਖਣ ਦਾ ਸ਼ੌਂਕ ਪੈ ਚੁੱਕਾ ਸੀ। ਉਹ ਘਰਦਿਆਂ ਤੋਂ ਚੋਰੀ ਲਿਖਦੀ ਤੇ ਸਕੂਲ 'ਚ ਆਪਣੇ ਪੰਜਾਬੀ ਵਾਲੇ ਅਧਿਆਪਕਾਂ ਨੂੰ ਦਿਖਾਉਂਦੀ। ਹੌਲੀ-ਹੌਲੀ ਉਹ ਅਧਿਆਪਕਾਂ ਦੇ ਸਹਿਯੋਗ ਨਾਲ ਸਕੂਲ ਦੀ ਸਟੇਜ ਤੇ ਵੀ ਆਪਣੇ ਲੇਖ ਬੋਲਣ ਲੱਗੀ, ਜਿਸ ਕਰਕੇ ਉਹ ਛੇਤੀ ਹੀ ਸਕੂਲ ਦੀ ਸਭ ਤੋਂ ਪਿਆਰੀ ਵਿਦਿਆਰਥਣ ਬਣ ਗਈ। ਇੱਕ ਦਿਨ ਸਕੂਲ ਦੇ ਇੱਕ ਪੰਜਾਬੀ ਵਾਲੇ ਅਧਿਆਪਕ ਨੇ ਉਸ ਨੂੰ ਕੋਲ ਬੁਲਾ ਕੇ ਉਸ ਦਾ ਜ਼ਿੰਦਗੀ ਦਾ ਟੀਚਾ ਪੁੱਛਿਆ ਅਤੇ ਕਿਹਾ ਕਿ ਜੋ ਕੁਝ ਵੀ ਉਹ ਕਰਨਾ ਚਾਹੇਗੀ ਉਸ ਦਾ ਮਾਰਗਦਰਸ਼ਕ ਬਣ ਕੇ ਉਸ ਦਾ ਅਧਿਆਪਕ ਵੀ ਹਮੇਸ਼ਾ ਉਸ ਨਾਲ ਖੜੇਗਾ। ਕੀਰਤ ਨੇ ਇਹ ਗੱਲ ਨੂੰ ਸੁਣ ਕੇ ਝੱਟ ਜਵਾਬ ਦਿੱਤਾ ਕਿ ਉਹ ਆਪਣਾ ਨਾਮ ਦੁਨੀਆ ਦੇ ਸਭ ਤੋਂ ਮਸ਼ਹੂਰ ਲੇਖਕਾਂ ਦੀ ਸੂਚੀ ਵਿੱਚ ਪਹਿਲੇ ਨੰਬਰ ਤੇ ਦੇਖਣਾ ਚਾਹੁੰਦੀ ਆ। ਇਸ ਲਈ ਉਹ ਜਿੰਨੀ ਚਾਹੇ ਮਿਹਨਤ ਕਰੇਗੀ, ਪਰ ਇੱਕ ਵਾਰ ਉਸ ਦਾ ਨਾਮ ਗਿਨੀਜ਼ ਆਫ ਵਰਲਡ ਬੁੱਕ ਵਿੱਚ ਦਰਜ ਹੋ ਜਾਵੇ। ਕੀਰਤ ਦਾ ਇੰਨੇ ਜੋਸ਼ ਨਾਲ ਜਵਾਬ ਸੁਣ ਕੇ ਉਸ ਦਾ ਅਧਿਆਪਕ ਵੀ ਤਾੜੀਆਂ ਵਜਾਉਣ ਲੱਗਾ ਤੇ ਕਹਿਣ ਲੱਗਾ ਕਿ ਇੰਨੀ ਛੋਟੀ ਉਮਰ ਵਿੱਚ ਇੰਨੀ ਵੱਡੀ ਸੋਚ ਰੱਖਣ ਵਾਲਿਆਂ ਹੀ ਬਾਕਮਾਲ ਦੀ ਗੱਲ ਆ।
ਅਤੇ ਉਸਨੇ ਕੀਰਤ ਦਾ ਹੋਰ ਜ਼ਿਆਦਾ ਹੌਸਲਾ ਵਧਾਉਣ ਲਈ ਕਿਹਾ ਕਿ ਉਹ ਪੰਜਾਬੀ ਦੇ ਅਖਬਾਰ ਲਈ ਲੇਖ ਕਹਾਣੀਆਂ ਲਿਖੇ। ਇੰਝ ਹੀ ਕੀਰਤ ਆਪਣੇ ਅਧਿਆਪਕ ਨੂੰ ਲੇਖ ਕਹਾਣੀਆਂ ਲਿਖ ਕੇ ਦੇਣ ਲੱਗੀ ਤੇ ਉਸਦੇ ਅਧਿਆਪਕ ਅੱਗੇ ਕਿਸੇ ਨਾਮੀ ਅਖਬਾਰ ਵਿੱਚ ਭੇਜ ਦਿੰਦੇ। ਇੱਕ ਦਿਨ ਕੀਰਤ ਦੀ ਇੱਕ ਕਹਾਣੀ ਉਸਦੇ ਚਾਚੇ ਨੇ ਅਖਬਾਰ 'ਚ ਪੜ੍ਹੀ। ਜਦੋਂ ਉਸਨੇ ਕਹਾਣੀ ਦੇ ਅਖੀਰ ਵਿੱਚ ਨਜ਼ਰ ਮਾਰੀ ਤਾਂ ਦੇਖਿਆ ਕਿ ਨਾਮ ਅਤੇ ਪਤਾ ਉਸਦੇ ਪਿੰਡ ਦਾ ਹੀ ਸੀ। ਉਸਨੂੰ ਕੀਰਤ ਤੇ ਸ਼ੱਕ ਹੋਣ ਲੱਗਾ। ਉਹ ਕੀਰਤ ਤੇ ਚੋਰੀ ਛਿਪੇ ਨਜ਼ਰ ਵੀ ਰੱਖਣ ਲੱਗਾ। ਇੱਕ ਦਿਨ ਜਦੋਂ ਕੀਰਤ ਘਰ ਦੇ ਤਾਰ ਵਾਲੇ ਲੈਂਡਲਾਈਨ ਫੋਨ ਤੋਂ ਆਪਣੀ ਸਹੇਲੀ ਨਾਲ ਗੱਲ ਕਰ ਰਹੀ ਸੀ ਤਾਂ ਉਸਦੇ ਚਾਚੇ ਨੇ ਸੁਣਿਆ ਕਿ ਕੀਰਤ ਆਪਣੀ ਅਖਬਾਰ 'ਚ ਆਉਣ ਵਾਲੀਆਂ ਕਹਾਣੀਆਂ ਅਤੇ ਲੇਖਾਂ ਬਾਰੇ ਹੀ ਗੱਲ ਕਰ ਰਹੀ ਆ। ਉਸਨੂੰ ਇੰਨਾ ਸੁਣਦੇ ਹੀ ਬਹੁਤ ਜ਼ਿਆਦਾ ਗੁੱਸਾ ਆਇਆ ਤੇ ਉਸਨੇ ਕੀਰਤ ਤੋਂ ਫੋਨ ਫੜ ਕੇ ਭਗਾ ਮਾਰਿਆ ਵਿਹੜੇ 'ਚ। ਉਸਨੇ ਕੀਰਤ ਨੂੰ ਇੱਕ ਵਾਰ ਫਿਰ ਜਾਨਵਰਾਂ ਦੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਕੀਰਤ ਦਾ ਬਾਪ ਸਭ ਕੁਝ ਹੋ ਜਾਣ ਤੋਂ ਬਾਅਦ ਕੁੱਟਣ ਦੀ ਵਜ੍ਹਾ ਪੁੱਛਣ ਲੱਗਾ ਤਾਂ ਉਸਦੇ ਭਰਾ ਨੇ ਦੱਸਿਆ ਕਿ ਇਹ ਹੁਣ ਆਪਣਾ ਨਾਮ ਰੌਸ਼ਨ ਕਰੂਗੀ, ਅਖਬਾਰਾਂ 'ਚ ਆਪਣੀ ਇੱਜ਼ਤ ਛੱਜ ਵਿੱਚ ਪਾ ਕੇ ਛੱਡ ਰਹੀ ਆ, ਕਹਾਣੀਆਂ ਬਣਾ ਕੇ ਲਿਖਣ ਲੱਗੀ ਆ, ਨਾਲ ਨਾਮ ਪਤਾ ਵੀ ਲਿਖਦੀ ਆ, ਕੰਜਰਖਾਨਾ ਬਣਾਉਣਾ ਚਾਹੁੰਦੀ ਆ ਘਰ ਨੂੰ। ਇੰਨਾ ਸੁਣਦੇ ਹੀ ਜੱਸੇ ਕੀਰਤ ਦਾ ਬਾਪ ਨੇ ਕਿਹਾ ਕਿ ਫੇਰ ਬਾਈ ਛੱਡਣੀ ਹੀ ਕਿਉਂ ਸੀ, ਗੋਲੀ ਲੰਘਾ ਦਿੰਦਾ ਸਾਲੀ ਦੇ ਵਿੱਚ ਦੀ। ਇਸ ਗੱਲ ਨੂੰ ਕੁਝ ਦਿਨ ਬੀਤੇ ਹੀ ਸੀ ਕਿ ਜੱਸੇ ਦੇ ਦਿਲ 'ਚ ਦਿਮਾਗ ਵਿੱਚ ਉਹ ਅਖਬਾਰ ਵਾਲੀ ਗੱਲ ਰੜਕਣ ਲੱਗੀ। ਜੱਸੇ ਨੂੰ ਬਸ ਹੁਣ ਬਹਾਨਾ ਹੀ ਚਾਹੀਦਾ ਸੀ ਕੀਰਤ ਨੂੰ ਕੁੱਟਣ ਦਾ। ਉਸ ਦਿਨ ਜਦੋਂ ਕੀਰਤ ਟਿਊਸ਼ਨ ਤੋਂ ਥੋੜਾ ਲੇਟ ਹੋਈ ਤਾਂ ਜੱਸੇ ਨੇ ਟਿਊਸ਼ਨ ਤੇ ਜਾ ਕੇ ਹੀ ਕੀਰਤ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਟਿਊਸ਼ਨ ਤੋਂ ਲੈ ਕੇ ਘਰ ਤੱਕ ਉਸ ਨੂੰ ਕੁੱਟਦਾ ਹੀ ਘਰ ਆਇਆ। ਜਦੋਂ ਕੀਰਤ ਦੀ ਮਾਂ ਨੇ ਜੱਸੇ ਨੂੰ ਕੁੱਟਣ ਤੋਂ ਰੋਕਿਆ ਤਾਂ ਜੱਸੇ ਨੇ ਕੀਰਤ ਦੀ ਮਾਂ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ। ਘਰ ਵਿੱਚ ਚੀਕਾਂ ਪੈਣ ਲੱਗੀਆਂ ਪਰ ਕੀਰਤ ਦੀ ਦਾਦੀ ਤੋਂ ਬਿਨਾਂ ਕੋਈ ਵੀ ਉਹਨਾਂ ਮਾਵਾਂ ਧੀਆਂ ਨੂੰ ਛਡਵਾਉਣ ਨਾ ਆਇਆ। ਉਸ ਦਿਨ ਤਾਂ ਮਸਾਂ ਹੀ ਉਹ ਦੋਨੇ ਮਾਵਾਂ ਧੀਆਂ ਦੀ ਜਾਨ ਬਚੀ। 2 ਸਾਲ ਬਾਅਦ ਹੀ ਸਿਰਫ 17 ਸਾਲਾਂ ਦੀ ਉਮਰ ਵਿੱਚ ਜੱਸੇ ਨੇ ਆਪਣੇ ਭਰਾ ਭਰਜਾਈਆਂ ਦੇ ਕਹਿਣ ਤੇ ਕੀਰਤ ਦਾ ਧੱਕੇ ਨਾਲ ਵਿਆਹ ਕਰਵਾ ਦਿੱਤਾ। ਵਿਆਹ ਤੋਂ ਬਾਅਦ ਵੀ ਕੀਰਤ ਨੂੰ ਬਹੁਤ ਮੁਸ਼ਕਲਾਂ ਆਈਆਂ। ਪਿੱਛੇ ਪੇਕੇ ਘਰ ਕੀਰਤ ਦੀ ਮਾਂ ਤੜਫ ਰਹੀ ਸੀ ਤੇ ਸਹੁਰੇ ਘਰ ਕੀਰਤ ਖੁਦ ਤੜਫ ਰਹੀ ਸੀ। ਉਸ ਨੂੰ ਨਿਆਣੀ ਉਮਰ ਵਿੱਚ ਹੀ ਸਿਰੇ ਨਾਲ ਨਸ਼ੇੜੀ ਪਤੀ ਟੱਕਰ ਗਿਆ। ਕੀਰਤ ਦੀ ਜ਼ਿੰਦਗੀ ਤਾਂ ਜਿਵੇਂ ਨਰਕ ਤੋਂ ਵੀ ਭੈੜੀ ਹੋ ਚੁੱਕੀ ਸੀ। ਕੀਰਤ ਚੁਸਤ ਚਲਾਕ ਤੇ ਹੌਸਲੇ ਵਾਲੀ ਕੁੜੀ ਹੋਣ ਕਰਕੇ ਜ਼ਿੰਦਗੀ ਵਿੱਚ ਸਭ ਕੁਝ ਕਰਨਾ ਜਾਣਦੀ ਸੀ। ਬਸ ਉਹ ਚੁੱਪ ਸੀ ਤਾਂ ਆਪਣੀ ਮਾਂ ਦੀ ਇੱਜ਼ਤ ਕਰਕੇ। ਇੱਕ ਦਿਨ ਕੀਰਤ ਦੇ ਪਤੀ ਰਵੀ ਨੇ ਕੀਰਤ ਦੇ ਘਰ ਵਿੱਚ ਤਾਂ ਘਰ ਵਾਲਾ ਫਰਾਟਾ ਪੱਖਾ ਚੁੱਕ ਕੇ ਸਿਰ 'ਚ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਸ਼ੇ ਵਿੱਚ ਇੰਨਾ ਜ਼ਿਆਦਾ ਸੀ ਕਿ ਉਸ ਦੀਆਂ ਆਪਣੀਆਂ ਲੱਤਾਂ ਉਸ ਦਾ ਭਾਰ ਨਹੀਂ ਸਹਿ ਸਕੀਆਂ, ਜਿਸ ਕਰਕੇ ਉਹ ਕੀਰਤ ਤੇ ਹਮਲਾ ਕਰਨ 'ਚ ਨਾਕਾਮਯਾਬ ਹੋ ਗਿਆ ਤੇ ਮੂਧੇ ਮੂੰਹ ਧਰਤੀ ਤੇ ਡਿੱਗ ਪਿਆ। ਇੰਝ ਹੀ ਚੰਗਾ ਮਾੜਾ ਸਮਾਂ ਚੱਲਦਾ ਗਿਆ। ਵਿਆਹ ਦੇ 1 ਸਾਲ ਬਾਅਦ ਹੁਣ ਕੀਰਤ ਬੱਚੇ ਨੂੰ ਜਨਮ ਦੇਣ ਵਾਲੀ ਸੀ। ਜਦੋਂ ਰਵੀ ਨੂੰ ਕੀਰਤ ਦੇ ਗਰਭਵਤੀ ਹੋਣ ਦੀ ਖਬਰ ਪਤਾ ਲੱਗੀ ਤਾਂ ਉਹ ਉਸਦੇ ਚਰਿੱਤਰ ਤੇ ਉਂਗਲ ਚੁੱਕਣ ਲੱਗਾ ਤੇ ਗੱਲ-ਗੱਲ ਤੇ ਉਸ ਨੂੰ ਮਾਰਨ ਕੁੱਟਣ ਲੱਗਾ। ਇੱਕ ਦਿਨ ਰਵੀ ਪਤਾ ਨਹੀਂ ਕਿੰਨੇ ਕੁ ਅਲੱਗ-ਅਲੱਗ ਤਰ੍ਹਾਂ ਦੇ ਨਸ਼ੇ ਕਰਕੇ ਘਰ ਆਇਆ। ਘਰ ਆਉਂਦੇ ਹੀ ਉਸਨੇ ਪਹਿਲਾਂ ਤਾਂ ਕੀਰਤ ਦੇ ਸਾਰੇ ਕੱਪੜੇ ਫੂਕ ਦਿੱਤੇ ਤੇ ਫਿਰ ਘਰ ਵਿੱਚ ਇੱਕ ਪਾਸੇ ਬਣੇ ਡੰਗਰਾਂ ਦੇ ਬਰਾਂਡੇ ਨੂੰ ਅੱਗ ਲਾ ਦਿੱਤੀ। ਰੱਬ ਦਾ ਸ਼ੁਕਰ ਆ ਕਿ ਕੀਰਤ ਦੇ ਰੌਲਾ ਪਾਉਣ ਤੇ ਆਂਢੀ ਗੁਆਂਢੀ ਇਕੱਠੇ ਹੋਏ ਤੇ ਉਹਨਾਂ ਨੇ ਛੇਤੀ ਅੱਗ ਤੇ ਕਾਬੂ ਪਾ ਲਿਆ ਪਰ ਫਿਰ ਵੀ ਬੇਜਵਾਨ ਡੰਗਰ ਅੱਧ ਜਲ ਗਏ। ਇਸ ਘਟਨਾ ਤੋਂ ਬਾਅਦ ਕੀਰਤ ਦੇ ਆਂਢੀਆਂ ਗੁਆਂਢੀਆਂ ਨੇ ਉਸ ਨੂੰ ਆਪਣੇ ਪੇਕੇ ਘਰ ਜਾਣ ਦੀ ਸਲਾਹ ਦਿੱਤੀ ਪਰ ਕੀਰਤ ਚਾਹੁੰਦੇ ਹੋਏ ਵੀ ਆਪਣੇ ਪੇਕੇ ਘਰ ਨਹੀਂ ਜਾ ਸਕਦੀ ਸੀ ਕਿਉਂਕਿ ਉਹ ਆਪਣੀ ਮਾਂ ਤੇ ਦਾਦੀ ਨੂੰ ਬਿਲਕੁਲ ਵੀ ਦੁਖੀ ਨਹੀਂ ਸੀ ਕਰਨਾ ਚਾਹੁੰਦੀ। ਇੰਝ ਹੀ ਦੁੱਖ ਤਕਲੀਫਾਂ ਸਹਾਰਦੇ ਕੀਰਤ ਨੇ 9 ਮਹੀਨਿਆਂ ਬਾਅਦ ਇੱਕ ਪੁੱਤਰ ਨੂੰ ਜਨਮ ਦਿੱਤਾ ਜਿਸ ਦੇ ਲਾਲ ਬੁੱਲ ਬਿੱਲੀਆਂ ਅੱਖਾਂ ਤੇ ਗੋਰਾ ਚਿੱਟਾ ਰੰਗ ਦੇਖ ਕੇ ਰਵੀ ਨੂੰ ਬਿਲਕੁਲ ਵੀ ਭਰੋਸਾ ਨਾ ਹੋਇਆ ਕਿ ਉਹ ਉਸਦਾ ਹੀ ਪੁੱਤਰ ਆ। ਉਸਨੇ ਆਪਣੇ ਪੁੱਤਰ ਨੂੰ ਹਸਪਤਾਲ ਵਿੱਚ ਜੰਮਦੇ ਨੂੰ ਹੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਚਾਲ ਵਿੱਚ ਨਾਕਾਮਯਾਬ ਹੋਇਆ। ਤਕਰੀਬਨ 2 ਮਹੀਨੇ ਬਾਅਦ ਹੀ ਰਵੀ ਨੇ ਫਿਰ ਤੋਂ ਕੀਰਤ ਨਾਲ ਕਲੇਸ਼ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਉਹ ਇਸ ਦਾ ਪੁੱਤ ਹੀ ਨਹੀਂ ਹੋ ਸਕਦਾ। ਉਸਨੇ ਕੀਰਤ ਨੂੰ ਬਾਂਹ ਤੋਂ ਫੜ ਕੇ ਘਰੋਂ ਬਾਹਰ ਕੱਢ ਦਿੱਤਾ ਤੇ ਖੁਦ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਨਸ਼ੇ ਵਿੱਚ ਟੱਲੀ ਰਹਿਣ ਲੱਗਾ। ਕੀਰਤ ਚਾਹ ਕੇ ਵੀ ਆਪਣੇ ਪੇਕੇ ਘਰ ਨਹੀਂ ਜਾ ਸਕਦੀ ਸੀ ਕਿਉਂਕਿ ਉਹ ਜਾਣਦੀ ਸੀ ਕਿ ਜੇਕਰ ਉਹ ਵਾਪਸ ਆਪਣੇ ਪੇਕੇ ਘਰ ਗਈ ਤਾਂ ਉਸ ਦੀਆਂ ਚਾਚੀਆਂ ਤਾਈਆਂ ਨੇ ਉਸ ਦੀ ਮਾਂ ਦਾ ਜੀਣਾ ਦੁੱਭਰ ਕਰ ਦੇਣਾ ਤੇ ਪਲ-ਪਲ ਕੀਰਤ ਨੂੰ ਸਹੁਰੇ ਘਰ ਨਾ ਬਸਣ ਦੇ ਤਾਨੇ ਮਿਹਣੇ ਮਾਰਨੇ ਆ। ਇਸ ਕਰਕੇ ਉਹ ਨਾਲ ਦੇ ਸ਼ਹਿਰ ਵਿੱਚ ਇੱਕ ਗੁਰੂ ਘਰ ਵਿੱਚ ਦਿਨ ਗੁਜ਼ਾਰਨ ਲੱਗੀ। ਕੁਝ ਦਿਨ ਉਸ ਨੂੰ ਗੁਰੂ ਘਰ ਦੇ ਸੇਵਾਦਾਰ ਦੇਖਦੇ ਰਹੇ, ਜਿੰਨਾ ਹੋ ਸਕਿਆ ਉਸ ਦੀ ਮਦਦ ਵੀ ਕਰਦੇ ਰਹੇ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਕੀਰਤ ਦੀਆਂ ਗੱਲਾਂ ਸੁਣ ਕੇ ਅਫਸੋਸ ਹੋਇਆ ਅਤੇ ਉਹ ਰਵੀ ਨੂੰ ਡਰਾ ਧਮਕਾ ਕੇ ਕੀਰਤ ਨੂੰ ਆਪਣੇ ਸਹੁਰੇ ਘਰ ਛੱਡ ਆਏ। ਕੁਝ ਕੁ ਦਿਨ ਰਵੀ ਠੀਕ ਰਿਹਾ
ਪਰ ਛੇਤੀ ਹੀ ਉਹ ਆਪਣੇ ਪਹਿਲਾਂ ਵਾਲੇ ਕਾਰਨਾਮਿਆਂ ਤੇ ਆ ਗਿਆ। ਉਧਰ ਜਦੋਂ ਵੀ ਕੀਰਤ ਆਪਣੇ ਪੇਕੇ ਘਰ ਫੋਨ ਕਰਦੀ ਤਾਂ ਉਸ ਦੀਆਂ ਚਾਚੀਆਂ ਤਾਈਆਂ ਕੀਰਤ ਦੀ ਮਾਂ ਨਾਲ ਕਦੇ ਵੀ ਗੱਲ ਨਾ ਕਰਵਾਉਂਦੀਆਂ, ਜਿਸ ਕਰਕੇ ਕੀਰਤ ਨੂੰ ਸਾਰਾ ਦਿਨ ਆਪਣੀ ਮਾਂ ਦਾ ਹੀ ਫਿਕਰ ਖਾਈ ਰੱਖਦਾ। ਇੱਕ ਦਿਨ ਘਰਦਿਆਂ ਤੋਂ ਚੋਰੀ ਛਿਪੇ ਕੀਰਤ ਦੀ ਮਾਂ ਨੇ ਕੀਰਤ ਨੂੰ ਫੋਨ ਕੀਤਾ ਤੇ ਆਪਣੇ ਨਾਲ ਹੋ ਰਹੇ ਧੱਕੇ ਬਾਰੇ ਦੱਸਿਆ। ਕੀਰਤ ਨੂੰ ਮਾਂ ਦੀ ਆਵਾਜ਼ ਵੀ ਕੁਝ ਠੀਕ ਨਾ ਲੱਗੀ, ਜਿਸ ਕਰਕੇ ਉਹ ਉਸੇ ਦਿਨ ਫਟਾਫਟ ਤਿਆਰ ਹੋ ਕੇ ਆਪਣੇ ਪੇਕੇ ਘਰ ਜਾਣ ਲੱਗੀ। ਜਦੋਂ ਕੀਰਤ ਬੱਸ ਵਿੱਚ ਬੈਠੀ ਤਾਂ ਉਸ ਨੂੰ ਯਾਦ ਆਇਆ ਕਿ ਉਸ ਕੋਲ ਤਾਂ ਕੰਡਕਟਰ ਨੂੰ ਦੇਣ ਲਈ ਕਿਰਾਇਆ ਵੀ ਨਹੀਂ। ਜਦੋਂ ਕੰਡਕਟਰ ਕੀਰਤ ਦੀ ਸੀਟ ਕੋਲ ਆ ਕੇ ਕਿਰਾਇਆ ਮੰਗਣ ਲੱਗਾ ਤਾਂ ਕੀਰਤ ਨੇ ਕਿਹਾ ਕਿ ਉਸ ਕੋਲ ਕਿਰਾਇਆ ਨਹੀਂ ਆ ਤੇ ਉਹ ਆਪਣੀ ਮਜਬੂਰੀ ਦੱਸੀ, ਪਰ ਕੰਡਕਟਰ ਨੇ ਬੱਸ ਰੁਕਵਾਈ ਤੇ ਉਸ ਨੂੰ ਬੱਸ ਵਿੱਚੋਂ ਉਤਰਨ ਨੂੰ ਕਿਹਾ। ਕੀਰਤ ਨੇ ਕੰਡਕਟਰ ਦੀਆਂ ਬੜੀਆਂ ਤਰਲੇ ਮਿੰਨਤਾਂ ਕੀਤੀਆਂ, ਪਰ ਕੰਡਕਟਰ ਬਿਲਕੁਲ ਵੀ ਨਾ ਮੰਨਿਆ। ਉਸਨੇ ਕੀਰਤ ਦੀ ਗੋਦੀ 'ਚੋਂ ਉਸ ਦਾ ਪੁੱਤਰ ਫੜਿਆ ਤੇ ਕਹਿਣ ਲੱਗਾ ਕਿ ਚਲੋ ਛੇਤੀ ਬੱਸ 'ਚੋਂ ਉਤਰੋ। ਕੀਰਤ ਜਦੋਂ ਉਸ ਦੀ ਸੀਟ ਤੋਂ ਉੱਠੀ ਤਾਂ ਉਸ ਦੀ ਨਿਗਾਹ ਆਪਣੀ ਬਾਂਹ ਵਿੱਚ ਪਏ ਚਾਂਦੀ ਦਾ ਕੜੇ ਤੇ ਪਈ। ਉਸਨੇ ਛੇਤੀ ਉਹ ਕੜਾ ਬਾਂਹ ਵਿੱਚੋਂ ਕੱਢਿਆ ਤੇ ਤੇਜ਼ੀ ਨਾਲ ਕੰਡਕਟਰ ਨੂੰ ਦਿੰਦੀ ਹੋਈ ਕਹਿਣ ਲੱਗੀ ਕਿ ਰੱਬ ਦੇ ਵਾਸਤੇ ਉਸ ਨੂੰ ਬੱਸ 'ਚੋਂ ਨਾ ਉਤਾਰੋ, ਉਸ ਦੇ ਬਦਲੇ ਭਾਵੇਂ ਉਹ ਉਸ ਦਾ ਕੜਾ ਹੀ ਰੱਖ ਲਵੇ। ਇੰਨੇ ਨੂੰ ਬੱਸ ਵਿੱਚ ਪਿਛਲੀ ਸੀਟ ਤੇ ਬੈਠੀ ਇੱਕ ਔਰਤ ਉੱਠ ਕੇ ਉਹਨਾਂ ਕੋਲ ਆਈ ਤੇ ਉਸਨੇ ਕੀਰਤ ਨੂੰ ਆਪਣਾ ਕੜਾ ਵਾਪਸ ਬਾਂਹ ਵਿੱਚ ਪਾਉਣ ਨੂੰ ਕਿਹਾ ਤੇ ਖੁਦ ਉਸ ਦਾ ਕਿਰਾਇਆ ਕੰਡਕਟਰ ਨੂੰ ਦੇ ਕੇ ਕਹਿਣ ਲੱਗੀ ਕਿ ਕਦੇ-ਕਦੇ ਕਿਸੇ ਤੇ ਤਰਸ ਵੀ ਕਰ ਲੈਣਾ ਚਾਹੀਦਾ, ਪਤਾ ਨਹੀਂ ਕਦੋਂ ਰੱਬ ਇਮਤਿਹਾਨ ਲੈ ਰਿਹਾ ਹੋਵੇ। ਕੀਰਤ ਦੀਆਂ ਅੱਖਾਂ ਵਿੱਚ ਹੰਝੂ ਆ ਰਹੇ ਸੀ ਜਦੋਂ ਉਸ ਔਰਤ ਨੇ ਕੀਰਤ ਤੋਂ ਪੁੱਛਿਆ ਕਿ ਅਜਿਹੀ ਕਿਹੜੀ ਮਜਬੂਰੀ ਆਣ ਪਈ ਜਿਸ ਕਰਕੇ ਕੀਰਤ ਨੇ 20 ਦੇ ਕਿਰਾਏ ਬਦਲੇ ਚਾਂਦੀ ਦਾ ਕੜਾ ਵੀ ਦੇਣ ਲੱਗੇ ਪਰਵਾਹ ਨਾ ਕੀਤੀ। ਤਾਂ ਕੀਰਤ ਨੇ ਉਸ ਔਰਤ ਨੂੰ ਆਪਣੀ ਸਾਰੀ ਹੱਡਬੀਤੀ ਦੱਸੀ ਤੇ ਫਿਰ ਰੋਣ ਲੱਗੀ। ਕੀਰਤ ਨੇ ਉਸ ਔਰਤ ਦਾ ਧੰਨਵਾਦ ਕਰਦੇ ਕਿਹਾ ਕਿ ਉਹ ਅੱਜ ਉਸ ਦੀ ਜ਼ਿੰਦਗੀ ਵਿੱਚ ਰੱਬ ਬਣ ਕੇ ਆਈ ਆ। ਉਸ ਔਰਤ ਨੇ ਕੀਰਤ ਨੂੰ ਹਿੰਮਤ ਦਿੱਤੀ ਤੇ ਉਸ ਦੇ ਨਾਲ ਹੀ ਸੀਟ ਉੱਤੇ ਬੈਠ ਗਈ। ਉਸਨੇ ਕੀਰਤ ਨੂੰ ਕਿਹਾ ਕਿ ਉਂਝ ਤਾਂ ਉਹ ਆਪਣੀ ਧੀ ਵਾਸਤੇ ਤੀਆਂ ਦਾ ਸੰਧਾਰਾ ਦੇਣ ਲਈ ਕੁਝ ਸਮਾਨ ਖਰੀਦਣ ਆਈ ਸੀ, ਪਰ ਜੇਕਰ ਉਹ ਬੁਰਾ ਨਾ ਮੰਨੇ ਤਾਂ ਉਹ ਕੀਰਤ ਨੂੰ ਆਪਣੀ ਧੀ ਸਮਝ ਕੇ 1000 ਰੁਪਈਆ ਦੇਣਾ ਚਾਹੁੰਦੀ ਆ। ਕੀਰਤ ਨੇ ਉਂਝ ਤਾਂ ਰੁਪਈਆ ਲੈਣ ਤੋਂ ਮਨਾ ਕਰ ਦਿੱਤਾ, ਪਰ ਫਿਰ ਉਸਨੇ ਉਸ ਔਰਤ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਉਸ ਤੋਂ 1000 ਰੁਪਈਆ ਲੈ ਲਿਆ ਤੇ 500 ਰੁਪਏ ਉਸ ਨੂੰ ਵਾਪਸ ਕਰਦੀ ਹੋਈ ਕਹਿਣ ਲੱਗੀ ਕਿ ਇਹ 500 ਰੁਪਏ ਉਹ ਆਪਣੇ ਵੱਲੋਂ ਉਸ ਦੀ ਧੀ ਨੂੰ ਆਪਣੀ ਭੈਣ ਮੰਨ ਕੇ ਤੀਆਂ ਦਾ ਸ਼ਗਨ ਦੇ ਰਹੀ ਆ। ਕੀਰਤ ਦੇ ਮੂੰਹੋਂ ਇੰਨਾ ਸੁਣਦੇ ਹੀ ਉਸ ਔਰਤ ਨੇ ਕੀਰਤ ਨੂੰ ਘੁੱਟ ਕੇ ਜੱਫੀ ਵਿੱਚ ਲਿਆ। ਕੁਝ ਹੀ ਸਮੇਂ ਬਾਅਦ ਉਹ ਔਰਤ ਨਾਲ ਦੇ ਸ਼ਹਿਰ ਵਿੱਚ ਉਤਰ ਗਈ ਤੇ ਕੀਰਤ ਅੱਗੇ ਜਾ ਕੇ ਆਪਣੇ ਪੇਕੇ ਪਿੰਡ ਦੇ ਬੱਸ ਅੱਡੇ ਤੇ ਉਤਰ ਗਈ। ਪਿੰਡ ਪਹੁੰਚਦੇ ਹੀ ਕੀਰਤ ਨੇ ਦੇਖਿਆ ਕਿ ਉਸ ਦੀ ਮਾਂ ਪਹਿਲਾਂ ਹੀ ਘਰ ਵੱਲ ਜਾਂਦੀ ਸੜਕ ਤੇ ਖੜੀ ਉਸ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਸੀ। ਦੋਵੇਂ ਮਾਵਾਂ ਧੀਆਂ ਇੱਕ ਦੂਜੀ ਦੇ ਗਲ ਆਲ ਲੱਗੀਆਂ, ਪਰ ਆਪਣੇ ਅੰਦਰ ਦੀ ਪੀੜ ਦਾ ਇੱਕ ਦੂਜੀ ਨੂੰ ਅਹਿਸਾਸ ਨਾ ਹੋਣ ਦਿੱਤਾ। ਕੀਰਤ ਨੇ ਜਦੋਂ ਮਾਂ ਨੂੰ ਪੁੱਛਿਆ ਕਿ ਉਹ ਸੜਕ ਤੇ ਖੜੀ ਕਿਸ ਨੂੰ ਉਡੀਕ ਰਹੀ ਸੀ ਤਾਂ ਉਸ ਦੀ ਮਾਂ ਨੇ ਕਿਹਾ ਕਿ ਉਹ ਤਾਂ ਹਰ ਰੋਜ਼ ਉਸ ਦੀ ਉਡੀਕ ਕਰਦੀ ਇੱਥੇ ਆਉਂਦੀ ਆ, ਭਾਵੇਂ ਉਹ ਲੱਖ ਜਾਣਦੀ ਹੁੰਦੀ ਆ ਕਿ ਕੀਰਤ ਨੇ ਨਹੀਂ ਆਉਣਾ, ਪਰ ਪਤਾ ਨਹੀਂ ਕਿਉਂ ਅੱਜ ਸਵੇਰ ਤੋਂ ਉਸ ਦਾ ਦਿਲ ਕਹਿ ਰਿਹਾ ਸੀ ਕਿ ਉਸ ਦੀ ਧੀ ਅੱਜ ਜ਼ਰੂਰ ਉਸ ਨੂੰ ਮਿਲਣ ਆਵੇਗੀ। ਜਦੋਂ ਉਹ ਦੋਵੇਂ ਮਾਵਾਂ ਧੀਆਂ ਘਰ ਦੇ ਅੰਦਰ ਦਾਖਲ ਹੋਈਆਂ ਤਾਂ ਕੀਰਤ ਦੀ ਚਾਚੀ ਉਸ ਨੂੰ ਦੇਖ ਕੇ ਕਹਿੰਦੀ ਕਿ ਅੱਜ ਨਹੀਂ ਕੋਈ ਕੰਮ ਬਣਦਾ, ਅੱਜ ਮੇਰੇ ਮੱਥੇ ਇਹ ਫੁੱਟੇ ਕਰਮਾਂ ਵਾਲੀ ਤੇ ਉਸ ਦੀ ਧੀ ਲੱਗ ਗਈ। ਕੀਰਤ ਕੁਝ ਬੋਲਣ ਹੀ ਲੱਗਦੀ ਆ ਕਿ ਉਸ ਦੀ ਮਾਂ ਉਸ ਨੂੰ ਰੋਕ ਦਿੰਦੀ ਆ। ਕੀਰਤ ਦੀ ਦਾਦੀ ਉਸ ਨੂੰ ਦੇਖ ਕੇ ਖੁਸ਼ ਹੋ ਜਾਂਦੀ ਆ ਤੇ ਘੁੱਟ ਕੇ ਆਪਣੀ ਪੋਤੀ ਅਤੇ ਪੜਦੋਤੇ ਨੂੰ ਗੱਲ ਲਗਾ ਲੈਂਦੀ ਆ। ਕੀਰਤ ਦੀ ਦਾਦੀ ਉਸ ਨੂੰ ਸਹੁਰੇ ਪਰਿਵਾਰ ਦੀ ਸੁੱਖ ਸ਼ਾਂਤ ਪੁੱਛਦੀ ਆ ਤੇ ਇਹ ਸੁਣ ਕੇ ਖੁਸ਼ ਹੋ ਜਾਂਦੀ ਆ ਕਿ ਚਲੋ ਮੇਰੀ ਪੋਤੀ ਤਾਂ ਚੰਗੇ ਘਰ ਗਈ ਆ। ਚਾਹ ਪਾਣੀ ਪੀਣ ਤੋਂ ਬਾਅਦ ਕੀਰਤ ਦੀ ਮਾਂ ਉਸ ਨੂੰ ਆਪਣੀਆਂ ਲੱਤਾਂ ਉੱਤੇ ਪਿੱਠ ਅਤੇ ਬਾਹਾਂ ਤੇ ਛਪੇ ਲਾਲ ਗੂੜੇ ਰੰਗ ਦੇ ਨਿਸ਼ਾਨ ਦਿਖਾਉਂਦੀ ਆ ਤੇ ਕਹਿੰਦੀ ਆ ਕਿ ਅੱਜ ਸਵੇਰੇ ਸਾਜਰੇ ਹੀ ਜੱਸੇ ਜਾਣੀ ਕਿ ਕੀਰਤ ਦੇ ਬਾਪ ਨੇ ਉਸ ਨੂੰ ਪਾਣੀ ਨਾਲ ਭਿੱਜੀ ਮੋਟੀ ਡਾਂਗ ਨਾਲ ਜਾਨਵਰਾਂ ਦੀ ਤਰ੍ਹਾਂ ਕੁੱਟਿਆ। ਜੇਕਰ ਕੁਝ ਗਵਾਂਢੀਆਂ ਆ ਕੇ ਨਾ ਛਡਾਉਂਦੇ ਤਾਂ ਸ਼ਾਇਦ ਅੱਜ ਉਹ ਉਸ ਨੂੰ ਕਮਰੇ 'ਚ ਬੰਦ ਕਰਕੇ ਜਾਨੋਂ ਮਾਰਨ ਵਾਲਾ ਸੀ। ਇੰਨਾ ਸੁਣਦੇ ਸਾਰ ਹੀ ਕੀਰਤ ਦਾ ਖੂਨ ਖੌਲਣ ਲੱਗਾ। ਉਹ ਆਪਣੇ ਬਾਪ ਬਾਰੇ ਪੁੱਛਣ ਲੱਗੀ ਕਿ ਹੁਣ ਉਹ ਰਾਖਸ਼ ਕਿੱਥੇ ਆ। ਘਰ 'ਚ ਇੱਧਰ ਉੱਧਰ ਦੇਖਣ ਤੋਂ ਬਾਅਦ ਜਦੋਂ ਉਸ ਦਾ ਬਾਪ ਨਾ ਮਿਲਿਆ ਤਾਂ ਉਸਨੇ ਆਪਣੀਆਂ ਚਾਚੀਆਂ ਤਾਈਆਂ ਨੂੰ ਵੀ ਬੋਲਣਾ ਸ਼ੁਰੂ ਕਰ ਦਿੱਤਾ ਕਿ ਇੰਨੇ ਨਿਰਦਈ ਵੀ ਨਾ ਬਣੋ ਕਿ ਆਪਣੀਆਂ ਅੱਖਾਂ ਸਾਹਮਣੇ ਮਾਰਦੇ ਬੰਦੇ ਨੂੰ ਬਚਾ ਨਾ ਸਕੋ। ਕੱਲ੍ਹ ਨੂੰ ਰੱਬ ਨੂੰ ਜਵਾਬ ਦੇਣਾ ਵੀ ਔਖਾ ਹੋ ਜਾਊ। ਕੁਝ ਗੱਲਾਂ ਸੁਣਨ ਤੋਂ ਬਾਅਦ ਉਸ ਦੀਆਂ ਚਾਚੀਆਂ ਤਾਈਆਂ ਨੇ ਉਸ ਦੇ ਬਾਪ ਨੂੰ ਫੋਨ ਕਰਕੇ ਸਭ ਦੱਸ ਦਿੱਤਾ ਅਤੇ ਕੁਝ ਆਪਣੇ ਵੱਲੋਂ ਭੜਕਾ ਦਿੱਤਾ ਕਿ ਕੀਰਤ ਬਦਤਮੀਜ਼ੀ ਕਰ ਰਹੀ ਆ। ਜੱਸਾ ਉਦੋਂ ਹੀ ਖੇਤੋਂ ਘਰ ਆਇਆ ਤੇ ਕੀਰਤ ਦੀ ਮਾਂ ਨੂੰ ਰੋਟੀ ਬਣਾਉਣ ਲਈ ਕਿਹਾ।
ਜਦੋਂ ਅੱਗੇ ਹੋ ਕੇ ਕੀਰਤ ਨੇ ਕਿਹਾ ਕਿ ਪਹਿਲਾਂ ਮਾਂ ਨੂੰ ਦਵਾਈ ਲੈ ਕੇ ਦਿਓ, ਫਿਰ ਹੀ ਉਹ ਰੋਟੀ ਬਣਾ ਸਕਦੀ ਆ, ਤਾਂ ਜੱਸੇ ਨੇ ਸ਼ਿੰਦਰ ਜਾਣੀ ਕਿ ਆਪਣੀ ਪਤਨੀ ਨੂੰ ਕਿਹਾ ਕਿ ਭਾਵੇਂ ਉਹ ਮੰਜੇ ਤੇ ਪਈ ਵੀ ਰੋਟੀ ਬਣਾ ਕੇ ਦੇਵੇ, ਪਰ ਉਸ ਨੂੰ ਰੋਟੀ ਕਿਸੇ ਵੀ ਹਾਲ ਵਿੱਚ ਚਾਹੀਦੀ ਆ। ਕੀਰਤ ਨੇ ਅੱਗੋਂ ਕਿਹਾ ਕਿ ਜੇਕਰ ਬਾਪੂ ਤੇਰੇ ਹੱਡ ਇੰਨੇ ਤੋੜੇ ਜਾਣ ਅਤੇ ਫਿਰ ਕੰਮ ਕਰਨ ਨੂੰ ਕਿਹਾ ਜਾਵੇ ਕਿ ਤੂੰ ਕੰਮ ਕਰ ਲਵੇਂਗਾ ਟੁੱਟੇ ਹੱਡਾਂ ਨਾਲ। ਇੰਨਾ ਸੁਣਦੇ ਹੀ ਜੱਸੇ ਨੇ ਕੋਲ ਪਈ ਕਹੀ ਚੁੱਕੀ ਤੇ ਸ਼ਿੰਦਰ ਵੱਲ ਵਧਿਆ ਹੀ ਸੀ ਕਿ ਕੀਰਤ ਨੇ ਗਰਜਦੀ ਆਵਾਜ਼ ਵਿੱਚ ਆਪਣੇ ਬਾਪੂ ਨੂੰ ਕਿਹਾ ਕਿ ਜੇਕਰ ਉਹ ਅੱਗੇ ਮਾਂ ਵੱਲ ਆਇਆ ਤਾਂ ਅੱਜ ਉਸਦੇ ਵੀ ਹੱਡ ਬਰਾਬਰ ਟੁੱਟਣਗੇ, ਤੇ ਉਹ ਡਾਂਗ ਲੱਭਣ ਦਾ ਡਰਾਮਾ ਕਰਨ ਲੱਗੀ ਤਾਂ ਕਿ ਉਸਦਾ ਬਾਪ ਖੁਦ ਸ਼ਰਮ ਦਾ ਮਾਰਾ ਪਿੱਛੇ ਹਟ ਜਾਵੇ। ਪਰ ਜੱਸਾ ਪਿੱਛੇ ਹਟਣ ਦੀ ਬਜਾਏ ਸਗੋਂ ਹੋਰ ਅੱਗੇ ਵਧਿਆ ਅਤੇ ਕੀਰਤ ਤੇ ਉਸਨੇ ਹਮਲਾ ਕਰਨਾ ਚਾਹਿਆ, ਪਰ ਉਹ ਇੰਨੇ ਸਮੇਂ ਤੇ ਰੁਕ ਗਿਆ ਕਿਉਂਕਿ ਸ਼ਾਇਦ ਉਸ ਨੂੰ ਹਾਰਟ ਅਟੈਕ ਆਇਆ ਸੀ। ਫਟਾਫਟ ਜੱਸੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਉਸ ਦੀ ਜਾਨ ਮਸਾਂ ਹੀ ਬਚੀ। ਜਦੋਂ ਜੱਸੇ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲੀ ਤਾਂ ਕੀਰਤ ਆਪਣੇ ਬਾਪ ਦੇ ਘਰ ਵਿੱਚ ਚੰਗੀ ਦੇਖਭਾਲ ਕਰਨ ਲੱਗੀ। ਉਸ ਨੂੰ ਇਹ ਸੀ ਕਿ ਸ਼ਾਇਦ ਉਸ ਦੇ ਬਾਪ ਦਾ ਦਿਲ ਹੀ ਪਿਘਲ ਜਾਵੇਗਾ ਜਾਂ ਸ਼ਾਇਦ ਉਹ ਥੋੜਾ ਬਦਲ ਜਾਵੇਗਾ। ਜਦੋਂ ਕੁਝ ਹੀ ਦਿਨਾਂ ਵਿੱਚ ਜੱਸਾ ਠੀਕ ਹੋਇਆ ਤਾਂ ਉਸਨੇ ਆਪਣੀ ਭੈਣ ਨੂੰ ਫੋਨ ਕਰਕੇ ਸੱਦ ਲਿਆ ਤੇ ਕਿਹਾ ਕਿ ਉਸ ਦੀ ਧੀ ਉਸ ਨੂੰ ਜਾਨੋਂ ਮਾਰਨਾ ਚਾਹੁੰਦੀ ਆ। ਇੱਕ ਦਿਨ ਬਾਅਦ ਜਦੋਂ ਕੀਰਤ ਦੀ ਭੂਆ ਘਰ ਆਈ ਤਾਂ ਉਸਦੇ ਚਾਚੇ ਤਾਏ ਤੇ ਬਾਕੀ ਘਰ ਦੇ ਸਾਰੇ ਮੈਂਬਰ ਇਕੱਠੇ ਕਰਕੇ ਬਿਠਾਏ ਗਏ। ਕੀਰਤ ਨੇ ਜਦੋਂ ਇੱਕ ਪਾਸੇ ਹੋ ਕੇ ਆਪਣੀ ਭੂਆ ਨੂੰ ਕਿਹਾ ਕਿ ਉਹ ਉਸਦੇ ਮਾਪਿਆਂ ਬਾਰੇ ਸਾਂਝੀ ਗੱਲ ਕਰੇ ਅਤੇ ਕਿਸੇ ਵੀ ਇੱਕ ਦਾ ਪੱਖ ਨਾ ਪੂਰੇ, ਅਤੇ ਉਸਦੀ ਭੂਆ ਨੇ ਉਲਟਾ ਉਸ ਨੂੰ ਹੀ ਮਾੜਾ ਚੰਗਾ ਬੋਲਣਾ ਸ਼ੁਰੂ ਕਰ ਦਿੱਤਾ। ਕੀਰਤ ਦੇ ਚਾਚੇ ਤਾਇਆਂ ਨੇ ਵੀ ਜੱਸੇ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ ਅਤੇ ਇਸ ਦਾ ਕੀ ਪਤਾ ਹੈ ਕੱਲ ਨੂੰ ਬੰਦੇ ਬੁਲਾ ਕੇ ਤੈਨੂੰ ਮਰਵਾ ਵੀ ਸਕਦੀ ਆ, ਨਾਲੇ ਅਜਿਹੀ ਧੀ ਨੂੰ ਕੀ ਕਰਨਾ ਜਿਹੜੀ ਬਾਪ ਤੇ ਡਾਂਗਾ ਲੈ ਕੇ ਆਵੇ, ਕੱਲ ਨੂੰ ਇਹੀ ਆਪਣਾ ਹਿੱਸਾ ਵੀ ਮੰਗ ਸਕਦੀ ਆ। ਇਸ ਨੂੰ ਸਮਾਂ ਰਹਿੰਦੇ ਹੀ ਘਰ ਵਿੱਚੋਂ ਬੇਦਖਲ ਕਰ ਦੇਣਾ ਚਾਹੀਦਾ। ਉਂਝ ਵੀ ਇਸਨੇ ਪਿੰਡ ਵਿੱਚ ਆਪਣੀ ਖਿੱਲੀ ਉਡਾ ਦਿੱਤੀ ਆ, ਪਿੰਡ ਵਿੱਚ ਥੂ-ਥੂ ਹੋ ਰਹੀ ਆ। ਭਾਈ ਜੱਸੇ ਦੀ ਧੀ ਨੇ ਡਾਂਗਾ ਮਾਰ ਕੇ ਆਪਣਾ ਪਿਓ ਕੁੱਟਿਆ ਤੇ ਹਸਪਤਾਲ ਪਹੁੰਚਾ ਦਿੱਤਾ। ਘਰ ਦੇ ਕਲੇਸ਼ ਨੂੰ ਲੈ ਕੇ ਕੋਈ ਵੀ ਹੱਲ ਨਾ ਹੋਇਆ, ਪਰ ਕੀਰਤ ਨੂੰ ਜ਼ਰੂਰ ਮੰਦਾ ਚੰਗਾ ਬੋਲਿਆ ਗਿਆ। ਕੁਝ ਹੀ ਦਿਨਾਂ ਵਿੱਚ ਜੱਸੇ ਨੇ ਕੀਰਤ ਨੂੰ ਘਰ ਵਿੱਚੋਂ ਬੇਦਖਲ ਕਰ ਦਿੱਤਾ। ਕੀਰਤ ਦੀ ਦਾਦੀ ਨੂੰ ਕੀਰਤ ਦੇ ਫਿਕਰ ਵਿੱਚ ਨੀਂਦ ਵੀ ਨਾ ਆਉਣੋਂ ਹਟ ਚੁੱਕੀ ਸੀ। ਉਹ ਦਿਨ ਰਾਤ ਆਪਣੀ ਪੋਤੀ ਦੀ ਫਿਕਰ 'ਚ ਰਹਿੰਦੀ। ਜ਼ਿਆਦਾ ਉਮਰ ਹੋਣ ਕਰਕੇ ਉਸ ਦੀ ਦਾਦੀ ਹੁਣ ਬੱਸ ਚੜ੍ਹ ਕੇ ਕੀਰਤ ਨੂੰ ਮਿਲਣ ਵੀ ਨਹੀਂ ਜਾ ਸਕਦੀ ਸੀ ਤੇ ਨਾ ਹੀ ਕੀਰਤ ਦੀ ਮਾਂ ਨੂੰ। ਭੋਲੀ ਹੋਣ ਕਰਕੇ ਬੱਸਾਂ ਦਾ ਜ਼ਿਆਦਾ ਹਿਸਾਬ ਨਹੀਂ ਸੀ। 15 ਕੁ ਦਿਨਾਂ ਬਾਅਦ ਕੀਰਤ ਦੀ ਦਾਦੀ ਨੂੰ ਜ਼ਿਆਦਾ ਫਿਕਰ ਕਰਨ ਕਰਕੇ ਦਿਲ ਦਾ ਅਟੈਕ ਆਇਆ ਤੇ ਉਸ ਨੂੰ ਛੇਤੀ ਹੀ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ 2 ਦਿਨ ਰਹਿਣ ਤੋਂ ਬਾਅਦ ਉਸ ਦੀ ਹਾਲਤ ਹੋਰ ਨਾਜ਼ੁਕ ਹੋ ਗਈ ਤੇ ਉਸ ਨੂੰ ਇੱਕ ਹੋਰ ਅਧਰੰਗ ਦਾ ਅਟੈਕ ਆਇਆ। ਉਸ ਦੀ ਦਾਦੀ ਨੂੰ ਕੁਝ ਦਿਨ ਆਕਸੀਜਨ ਲੱਗਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲੀ। ਹੁਣ ਕੀਰਤ ਦੀ ਦਾਦੀ ਬੋਲ ਤਾਂ ਸਕਦੀ ਸੀ, ਪਰ ਜੀਭ ਤੇ ਅਧਰੰਗ ਦਾ ਅਟੈਕ ਪੈਣ ਕਰਕੇ ਉਸ ਦੀ ਸਮਝ ਘੱਟ ਹੀ ਆਉਂਦੀ ਸੀ। ਉਹ ਤੁਰਨ ਫਿਰਨ ਤੋਂ ਅਸਮਰੱਥ ਹੋ ਚੁੱਕੀ ਸੀ। ਸ਼ਿੰਦਰ ਦੀਆਂ ਦਰਾਣੀਆਂ ਜਠਾਣੀਆਂ ਆਪਣੀ ਸੱਸ ਦੀ ਰਿਸ਼ਤੇਦਾਰਾਂ ਸਾਹਮਣੇ ਥੋੜੀ ਬਹੁਤੀ ਦੇਖਭਾਲ ਤਾਂ ਕਰਦੀਆਂ, ਪਰ ਉਹ ਜ਼ਿਆਦਾਤਰ ਸ਼ਿੰਦਰ ਨੂੰ ਹੀ ਆਪਣੀ ਸੱਸ ਦੀ ਦੇਖਭਾਲ ਕਰਨ ਨੂੰ ਕਹਿੰਦੀਆਂ। ਜਦੋਂ ਕਦੇ ਉਹਨਾਂ ਨੇ ਸੱਸ ਨੂੰ ਨਹਾਉਣਾ ਹੁੰਦਾ ਤਾਂ ਉਹ ਸ਼ਿੰਦਰ ਨੂੰ ਹੀ ਕਹਿ ਦਿੰਦੀਆਂ ਕਿ ਉਹ ਬੁੱਢੀ ਨੂੰ ਨਹਾ ਦੇਵੇ ਤੇ ਖੁਦ ਹੀ ਉਸ ਦੇ ਗੰਦੇ ਕੱਪੜੇ ਤੋਂ ਲੈ ਕੇ ਉਸ ਦੀ ਪੋਟੀ ਤੱਕ ਸਾਫ਼ ਕਰੇ। ਸ਼ਿੰਦਰ ਆਪਣੀ ਸੱਸ ਦਾ ਜਿੰਨਾ ਹੁੰਦਾ ਉਸ ਨੂੰ ਜ਼ਰੂਰ ਕਰਦੀ, ਪਰ ਉਸ ਦੀ ਸੱਸ ਉਸ ਨੂੰ ਹਮੇਸ਼ਾ ਕਹਿੰਦੀ ਕਿ ਉਹ ਥੋੜਾ ਆਰਾਮ ਕਰ ਲਵੇ ਕਿਉਂਕਿ ਉਹ ਘਰ ਦਾ ਬਾਕੀ ਕੰਮ ਵੀ ਕਰਦੀ ਸੀ। ਸ਼ਿੰਦਰ ਦੀ ਸੱਸ ਸ਼ਿੰਦਰ ਨੂੰ ਦੇਖ ਕੇ ਕਦੇ-ਕਦੇ ਬਹੁਤ ਰੋਂਦੀ ਤੇ ਆਪਣੀ ਪੋਤੀ ਨੂੰ ਮਿਲਣ ਲਈ ਕਹਿੰਦੀ, ਪਰ ਸ਼ਿੰਦਰ ਚਾਹ ਕੇ ਵੀ ਕੁਝ ਨਹੀਂ ਕਰ ਸਕਦੀ ਸੀ। ਇੱਕ ਦਿਨ ਕੀਰਤ ਦੀ ਦਾਦੀ ਨੇ ਜੱਸੇ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਉਸ ਕੋਲ ਬਹੁਤ ਸੋਨਾ ਚਾਂਦੀ ਆ, ਜਿਸ ਨਾਲ ਉਹ ਆਪਣੀ ਹੋਰ ਜ਼ਮੀਨ ਖਰੀਦ ਸਕਦਾ, ਪਰ ਉਹ ਉਸ ਨੂੰ ਸੋਨਾ ਚਾਂਦੀ ਇੱਕ ਹੀ ਸ਼ਰਤ ਤੇ ਦੇਵੇਗੀ, ਜੇਕਰ ਉਹ ਆਪਣੀ ਧੀ ਕੀਰਤ ਦਾ ਬੇਦਖਲੀ ਨੋਟਿਸ ਵਾਪਸ ਲਵੇਗਾ ਅਤੇ ਉਸ ਨੂੰ ਆਪਣੀ ਦਾਦੀ ਨਾਲ ਮਿਲਵਾਏਗਾ। ਜੱਸੇ ਨੇ ਕੁਝ ਸੋਚ ਵਿਚਾਰ ਕਰਕੇ ਆਪਣੀ ਮਾਂ ਨੂੰ ਕਿਹਾ ਕਿ ਜਿਵੇਂ ਉਹ ਕਹੇਗੀ ਉਹ ਉਵੇਂ ਹੀ ਕਰੇਗਾ। 2 ਦਿਨਾਂ ਬਾਅਦ ਹੀ ਜੱਸੇ ਨੇ ਕੀਰਤ ਦਾ ਬੇਦਖਲ ਨੋਟਿਸ ਵਾਪਸ ਲਿਆ ਅਤੇ ਕੀਰਤ ਦੇ ਸਹੁਰੇ ਘਰ ਜਾ ਕੇ ਉਸ ਨੂੰ ਪਿੰਡ ਆਪਣੇ ਨਾਲ ਹੀ ਲੈ ਆਇਆ। ਕੀਰਤ ਨੂੰ ਦੇਖ ਕੇ ਜਿਵੇਂ ਉਸ ਦੀ ਦਾਦੀ ਦੇ ਮੂੰਹ ਦਾ ਉੱਡਿਆ ਰੰਗ ਫਿਰ ਤੋਂ ਵਾਪਸ ਆ ਗਿਆ। ਉਸ ਨੇ ਕੀਰਤ ਨੂੰ ਕਿਹਾ ਕਿ ਜਿੰਨਾ ਚਿਰ ਉਹਦੀ ਦਾਦੀ ਜਿਉਂਦੀ ਆ ਉਹਨਾਂ ਚਿਰ ਉਹ ਛੇਤੀ ਹੀ ਗੇੜਾ ਮਾਰ ਜਾਇਆ ਕਰੇ ਤੇ ਉਸ ਦੇ ਬਾਅਦ ਆਪਣੀ ਮਾਂ ਦੀ ਵੀ ਖਿਆਲ ਰੱਖੇ। ਕੁਝ ਦਿਨਾਂ ਬਾਅਦ ਜੱਸੇ ਨੇ ਆਪਣੀ ਮਾਂ ਨੂੰ ਕਿਹਾ ਕਿ ਉਹ ਆਪਣੇ ਕੀਤੇ ਵਾਅਦੇ ਤੇ ਖਰਾ ਉਤਰਿਆ ਅਤੇ ਹੁਣ ਉਸ ਦੀ ਮਾਂ ਦੀ ਆਪਣੀ ਸ਼ਰਤ ਮੁਤਾਬਕ ਉਸ ਨੂੰ ਸੋਨਾ ਚਾਂਦੀ ਦੇ ਦੇਵੇ। ਜੱਸੇ ਦੀ ਮਾਂ ਨੇ ਉਸ ਨੂੰ ਕਿਹਾ ਕਿ ਜਦੋਂ ਤੱਕ ਉਹ ਤੁਰਨ ਫਿਰਨ ਜੋਗੀ ਨਹੀਂ ਹੋ ਜਾਂਦੀ ਉਦੋਂ ਤੱਕ ਉਹ ਉਸ ਨੂੰ ਕੁਝ ਵੀ ਨਹੀਂ ਦੇ ਸਕਦੀ, ਕਿਉਂਕਿ ਸੋਨਾ ਚਾਂਦੀ ਉਸ ਦੇ ਕਿਸੇ ਖਾਸ ਰਿਸ਼ਤੇਦਾਰ ਕੋਲ ਆ
ਅਤੇ ਉਸ ਦੇ ਜਾਏ ਬਿਨਾਂ ਉਹ ਰਿਸ਼ਤੇਦਾਰ ਕਿਸੇ ਨੂੰ ਵੀ ਸੋਨਾ ਚਾਂਦੀ ਨਹੀਂ ਦੇਵੇਗਾ। ਇੰਜ ਹੀ ਦਿਨ ਬੀਤਦੇ ਗਏ। ਕੀਰਤ ਹੁਣ ਆਪਣੀ ਪਤੀ ਤੋਂ ਚੋਰੀ ਛੇਤੀ ਹੀ ਆਪਣੇ ਪੇਕੇ ਘਰ ਗੇੜਾ ਮਾਰ ਜਾਂਦੀ। 1 ਮਹੀਨੇ ਬਾਅਦ ਕੀਰਤ ਦੀ ਦਾਦੀ ਹੋਰ ਜ਼ਿਆਦਾ ਬਿਮਾਰ ਹੋਣ ਲੱਗੀ। ਉਸ ਨੂੰ 10-15 ਦਿਨਾਂ ਬਾਅਦ ਹੀ ਹਸਪਤਾਲ ਲਿਜਾਣਾ ਪੈਂਦਾ। ਪਰ ਹੁਣ ਡਾਕਟਰ ਵੀ ਜਵਾਬ ਦੇ ਚੁੱਕੇ ਸੀ, ਕਿਉਂਕਿ ਕੀਰਤ ਦੀ ਦਾਦੀ ਨੂੰ ਹੁਣ ਕੁਝ ਹੋਰ ਬਿਮਾਰੀਆਂ ਨੇ ਵੀ ਘੇਰ ਲਿਆ ਸੀ। ਦਿਮਾਗ ਦੀਆਂ ਨਾੜਾਂ ਲਗਭਗ ਬੰਦ ਹੋ ਚੁੱਕੀਆਂ ਸੀ। ਉਸ ਦੇ ਸਿਰਫ ਨੱਕ ਵਾਲੀ ਨਾੜੀ ਰਾਹੀਂ ਹੀ ਜੂਸ ਦਾ ਦੁੱਧ ਅੰਦਰ ਜਾਂਦਾ ਸੀ। 10 ਕੁ ਦਿਨਾਂ ਬਾਅਦ ਕੀਰਤ ਦੀ ਦਾਦੀ ਦੀ ਹਾਲਤ ਹੋਰ ਜ਼ਿਆਦਾ ਖਰਾਬ ਹੋ ਗਈ। ਪਰਿਵਾਰ ਵਾਲੇ ਪਿੰਡ ਦੀ ਬਦਨਾਮੀ ਤੋਂ ਇੱਕ ਆਖਰੀ ਵਾਰ ਉਸ ਨੂੰ ਚੁੱਕ ਕੇ ਹਸਪਤਾਲ ਲੈ ਗਈ, ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਆਕਸੀਜਨ ਲਗਾਈ। ਪਰ ਆਕਸੀਜਨ ਲੱਗਣ ਤੋਂ ਬਾਅਦ ਹੀ ਉਹ ਮਸਾਂ 2 ਦਿਨ ਹੀ ਕੱਟ ਸਕੀ ਤੇ ਕਾਲ ਚਲਾਣਾ ਕਰ ਗਈ। ਜੱਸੇ ਨੂੰ ਆਪਣੀ ਮਾਂ ਦੇ ਜਾਣ ਦਾ ਸਭ ਤੋਂ ਜ਼ਿਆਦਾ ਦੁੱਖ ਲੱਗਾ, ਕਿਉਂਕਿ ਉਸ ਨੂੰ ਲੱਖ ਕੋਸ਼ਿਸ਼ ਕਰਨ ਦੇ ਬਾਅਦ ਵੀ ਉਹ ਸੋਨੇ ਚਾਂਦੀ ਵਾਲਾ ਰਿਸ਼ਤੇਦਾਰ ਪਤਾ ਨਹੀਂ ਲੱਗਾ, ਜਿਸ ਕੋਲ ਉਸ ਦੀ ਮਾਂ ਨੇ ਸੋਨੇ ਚਾਂਦੀ ਦਾ ਰਾਜ ਸੀ। ਸ਼ਿੰਦਰ ਦੀ ਸੱਸ ਦੇ ਗੁਜ਼ਰ ਜਾਣ ਤੋਂ ਬਾਅਦ ਸ਼ਿੰਦਰ ਦੀ ਹਾਲਤ ਹੋਰ ਵੀ ਜ਼ਿਆਦਾ ਮਾੜੀ ਹੋ ਗਈ। ਹੁਣ ਤਾਂ ਉਸ ਦੀਆਂ ਦਰਾਣੀਆਂ ਜਠਾਣੀਆਂ ਨੂੰ ਜਿਵੇਂ ਚੰਗਾ ਮੌਕਾ ਮਿਲ ਗਿਆ ਸੀ ਉਸ ਤੋਂ ਬਦਲਾ ਲੈਣ ਦਾ। ਉਹ ਉਸ ਤੋਂ ਹੋਰ ਜ਼ਿਆਦਾ ਤਸ਼ੱਦਦ ਕਰਨ ਲੱਗੀਆਂ। ਗੱਲ-ਗੱਲ ਤੇ ਉਸ ਨੂੰ ਜੱਸੇ ਤੋਂ ਕਟਵਾ ਦਿੰਦੀਆਂ ਅਤੇ ਕੋਈ ਵੀ ਮੌਕਾ ਉਸ ਨਾਲ ਲੜਨ ਝਗੜਨ ਦਾ ਨਾ ਛੱਡਦੀਆਂ। ਕੀਰਤ ਆਪਣੇ ਸਹੁਰੇ ਘਰ ਬੈਠੀ ਹਮੇਸ਼ਾ ਤੜਫਦੀ ਰਹਿੰਦੀ। ਉਸ ਦੇ ਕਈ ਵਾਰ ਆਪਣੇ ਬਾਪ ਅਤੇ ਚਾਚੀਆਂ ਤਾਈਆਂ ਤੇ ਕੇਸ ਕਰਨ ਦੇ ਲਈ ਵੀ ਸੋਚਿਆ, ਪਰ ਬਦਨਾਮੀ ਤੋਂ ਡਰਦੀ ਤੇ ਪੈਸੇ ਨਾ ਹੋਣ ਕਰਕੇ ਉਹ ਚੁੱਪ ਕਰ ਜਾਂਦੀ। ਇੰਜ ਹੀ ਚੰਗੇ ਮਾੜੇ ਹਾਲਾਤਾਂ ਨਾਲ ਕੀਰਤ ਅਤੇ ਉਸ ਦੀ ਮਾਂ ਦੀ ਜ਼ਿੰਦਗੀ ਗੁਜ਼ਰ ਰਹੀ ਸੀ ਅਤੇ ਹੁਣ ਵੀ ਇੰਜ ਹੀ ਗੁਜ਼ਰ ਰਹੀ ਆ। ਕੀਰਤ ਹਮੇਸ਼ਾ ਸੋਚਦੀ ਰਹਿੰਦੀ ਆ ਕਿ ਸਾਡੇ ਦੇਸ਼ ਨੂੰ ਆਜ਼ਾਦ ਹੋਇਆਂ ਭਾਵੇਂ ਹੀ 75 ਵਰ੍ਹੇ ਹੋ ਗਏ ਆ, ਪਰ ਉਸਦੇ ਅਤੇ ਉਸ ਦੀ ਮਾਂ ਵਰਗੀਆਂ ਕਿੰਨੀਆਂ ਹੀ ਔਰਤਾਂ ਅੱਜ ਵੀ ਮਰਦ ਪ੍ਰਧਾਨ ਸਮਾਜ ਵਿੱਚ ਆਜ਼ਾਦੀ ਨੂੰ ਤਰਸ ਰਹੀਆਂ ਤੇ ਉਹਨਾਂ ਲਈ ਆਜ਼ਾਦੀ ਤਾਂ ਜਿਵੇਂ ਇੱਕ ਸੁਪਨਾ ਹੀ ਬਣ ਗਿਆ ਹੋਵੇ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ